ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ। ਤੁਸੀਂ ਵੇਖ ਰਹੇ ਹੋ ਦ ਬੈਨੀਪਾਲ ਸ਼ੋ। ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਸਾਹਮਣੇ। ਠੰਡ ਜਿਹੜੀ ਹੈ ਅੱਜ ਹੋਰ ਵੀ ਜ਼ਿਆਦਾ ਆ, ਯਾਨੀ ਕੱਲ ਨਾਲੋਂ ਵੀ ਜ਼ਿਆਦਾ ਆ। ਪਰ ਕੱਲ ਜਿਵੇਂ ਮੈਂ ਬਾਹਰ ਖੜੀ ਸੀ ਤੇ ਕਾਂਬਾ ਛਿੜਿਆ ਹੋਇਆ ਸੀ, ਹੁਣ ਮੈਂ ਅੰਦਰ ਹੈਗੀ ਆ ਤਾਂ ਵੀ ਕਾਂਬਾ ਹੀ ਛਿੜਿਆ ਹੋਇਆ। ਮਤਲਬ ਫਰਕ ਜਿਹੜਾ ਹੈ ਉਹ ਇਹ ਹੈ। ਤੇ ਪਾਰੇ ਦਾ ਫਰਕ ਜਿਹੜਾ ਹੈ ਉਹ ਪਈ ਜਾ ਰਿਹਾ, ਲਗਾਤਾਰ ਪਈ ਜਾ ਰਿਹਾ। ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸ਼ਿਮਲਾ ਤੋਂ ਠੰਡਾ ਜਿਹੜਾ ਆ ਉਹ ਪੰਜਾਬ ਹੋਇਆ ਪਿਆ। ਖੈਰ, ਤੁਸੀਂ ਦੱਸੋਗੇ ਕਿ ਸਾਨੂੰ ਤੁਸੀਂ ਠੰਡ ਬਾਰੇ ਕੀ ਦੱਸਦੇ ਹੋ, ਅਸੀਂ ਠੰਡੇ ਮੁਲਕਾਂ 'ਚ ਰਹਿੰਦੇ ਆ। ਬਹੁਤ ਸਾਰੇ ਲੋਕ ਜਿਹੜੇ ਬਾਹਰ ਰਹਿੰਦੇ ਨੇ ਉਹ ਇਹ ਸੋਚਣਗੇ, ਪੰਜਾਬ ਵਾਲੇ ਜਿਹੜੇ ਨੇ ਉਹ ਸਮਝ ਸਕਦੇ ਆ ਵੀ ਮੈਂ ਕੀ ਗੱਲ ਕਰ ਰਹੀ ਹਾਂ। ਪਰ ਤੁਸੀਂ ਵੀ ਸਮਝੋ ਵੀ ਸਾਡੇ ਵਾਸਤੇ ਐਡੀ ਬਹੁਤ ਜ਼ਿਆਦਾ ਹੁੰਦੀ ਆ। ਇੰਟਰਨਲ ਹੀਟਰਸ ਜਿਹੜੇ ਨੇ ਇੱਥੇ ਤੇ ਕੋਈ ਇੰਸਟਾਲ ਹੁੰਦੇ ਨਹੀਂ, ਵੈਸੇ ਓਡੀ ਲੋੜ ਵੀ ਨਹੀਂ। ਪਰ ਗੱਲ ਇਦਾਂ ਆ ਵੀ ਹੁਣ ਬਰਫ਼ ਤੇ ਇੱਥੇ ਪੈਂਦੀ ਨਹੀਂ, ਪਰ ਆਦਤਾਂ ਜਿਹੜੀਆਂ ਨੇ ਉਹ ਹੈਗੀਆਂ ਵੀ ਨਹੀਂ ਨਾ ਉਹੋ ਜਿਹੀਆਂ। ਤੇ ਜੇ ਕਿਤੇ ਪੈਣੀ ਸ਼ੁਰੂ ਹੋ ਜਾਏ ਤੇ ਆਪਾਂ ਤੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਹੈਗੀਆਂ। ਆਪਾਂ ਜਿਵੇਂ ਪਹਿਲਾਂ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਕਿ ਗੁਰਦਾਸਪੁਰ ਪਠਾਨਕੋਟ ਔਲੇ ਪਏ ਸੀ, ਜਿਵੇਂ ਬਰਫ਼ ਡਿੱਗ ਰਹੀ ਹੁੰਦੀ ਆ। ਤੇ ਉਦੋਂ ਅਸੀਂ ਸਾਰਿਆਂ ਨੇ ਇਹ ਹੈਡਲਾਈਨ ਪੜ੍ਹੀ ਵੀ ਸੀ ਤੇ ਵੇਖੀ ਵੀ ਸੀ ਕਿ ਪੰਜਾਬ ਦੇ ਵਿੱਚ ਪੈ ਗਈ ਬਰਫ਼। ਤੇ ਬਹੁਤ ਸਾਰੇ ਲੋਕ ਤਾਂ ਤੁਸੀਂ ਰਹਿੰਦੇ ਹੀ ਉਹੋ ਜਿਹੇ ਮੁਲਕਾਂ 'ਚੋਂ ਜਿੱਥੇ ਬਰਫ਼ ਹੀ ਬਰਫ਼ ਹੁੰਦੀ ਆ, ਤੇ ਸਵੇਰੇ ਜਦੋਂ ਹਟਾਉਣੀ ਪੈਂਦੀ ਆ ਉਦੋਂ ਬੜਾ ਔਖਾ ਲੱਗਦਾ ਹੈਗਾ। ਦਿੱਕਤਾਂ ਸਭ ਦੀਆਂ ਹੁੰਦੀਆਂ ਨੇ ਤੇ ਆਪਣੀਆਂ ਦਿੱਕਤਾਂ ਸਭ ਨੂੰ ਵੱਡੀਆਂ ਲੱਗਦੀਆਂ ਨੇ। ਸੋ ਠੰਡ ਜਿਹੜੀ ਆ ਵਾਕਈ ਬਹੁਤ ਜ਼ਿਆਦਾ ਹੋ ਗਈ ਹੈ। ਤੇ ਇਸ ਦਰਮਿਆਨ ਜਿਹੜੀ ਘੰਟੀ ਖਤਰੇ ਦੀ ਹੈਗੀ ਆ ਉਹ ਕੋਵਿਡ ਨੂੰ ਲੈ ਕੇ ਵੀ ਆ। ਹੁਣ ਉਹਦੀਆਂ ਇਹਤਿਆਤਾਂ ਜਿਹੜੀਆਂ ਨੇ ਉਹ ਵਰਤਣੀਆਂ ਵੀ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਜੇ ਉਹ ਇਹਤਿਆਤਾਂ ਨਹੀਂ ਵਰਤਾਂਗੇ ਤਾਂ ਫਿਰ ਕੰਮ ਜਿਹੜਾ ਆ ਉਹ ਮਾੜਾ ਹੋ ਜਾਊਗਾ। ਕਦੀ ਕਦੀ ਜਦੋਂ ਹੁਣ ਸਵੇਰੇ ਉੱਠੀਦਾ ਤੇ ਇਦਾਂ ਲੱਗਦਾ ਹੈਗਾ ਕਿ ਨਹੀਂ, ਅੱਜ ਨਹੀਂ, ਅੱਜ ਦਫ਼ਤਰ ਨਹੀਂ, ਅੱਜ ਦਫ਼ਤਰ ਨਹੀਂ ਜਾਣਾ। ਮਤਲਬ ਰਜਾਈ ਚੋਂ ਉੱਠਣ ਦਾ ਦਿਲ ਹੀ ਨਹੀਂ ਕਰਦਾ ਹੈਗਾ। ਜਿਹੜਾ ਇਸ ਮੌਸਮ ਦੇ ਵਿੱਚ ਕੰਬਲਾਂ ਰਜਾਈਆਂ ਦੇ ਨਾਲ ਜਿਹੜਾ ਯਾਰਾਨਾ ਪੈਂਦਾ ਆ, ਉਹ ਯਾਰਾਨਾ ਮਤਲਬ ਪੈ ਹੀ ਨਹੀਂ ਸਕਦਾ। ਫਿਰ ਗਰਮੀ 'ਚ ਤੇ ਪੈਣਾ ਨਹੀਂ ਨਾ। ਤੇ ਇਹ ਥੋੜ੍ਹੀ ਦੇਰ ਦਾ ਟੈਂਪਰੇਰੀ ਯਾਰਾਨਾ ਜਿਹੜਾ ਹੈ, ਇਹ ਉਹ ਯਾਰਾਨਾ ਹੈ ਜਿਹਨੂੰ ਕਿ ਇਦਾਂ ਲੱਗਦਾ ਕਿ ਵੀ ਇਸ ਤੋਂ ਤਗੜਾ ਯਾਰ ਜਿਹੜਾ ਹੈ ਰਜਾਈ ਤੋਂ ਵਧੀਆ ਉਹ ਹੋ ਨਹੀਂ ਸਕਦਾ, ਜਾਂ ਸਹੇਲੀ ਜਿਹੜੀ ਹੈ ਉਹ ਵਧੀਆ ਹੋ ਨਹੀਂ ਸਕਦੀ ਹੈਗੀ। ਸੋ ਅਜਿਹੇ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਤੇ ਜਿਹੜਾ ਪਹਿਲਾਂ ਜਾਰੀ ਕੀਤਾ ਹੋਇਆ ਯੈਲੋ ਅਲਰਟ ਜਿਹੜਾ ਹੈ ਉਹ ਪਹਿਲਾਂ ਹੀ ਦਿੱਤਾ ਹੋਇਆ ਹੈਗਾ। ਸੋ ਅਸੀਂ ਇਹੀ ਕਹਿ ਰਹੇ ਹਾਂ ਕਿ ਧਿਆਨ ਜਿਹੜਾ ਹੈ ਉਹ ਜਿਹੜਾ 7 ਸਮੁੰਦਰ ਪਾਰ ਬੈਠਾ ਹੈ ਉਹ ਵੀ ਰੱਖੇ, ਜਿਹੜਾ ਪੰਜਾਬ ਦੇ ਵਿੱਚ ਬੈਠਾ ਹੈ ਉਹ ਵੀ ਰੱਖੇ। ਕੋਵਿਡ ਦੇ ਵਿੱਚ ਅਸੀਂ ਫਿਰ ਦੁਬਾਰਾ ਤੋਂ ਪਹੁੰਚ ਰਹੇ ਹੈਗੇ, ਕਿਉਂਕਿ ਪੰਜਾਬ ਦੇ ਵਿੱਚ ਵੀ ਕੋਵਿਡ ਦੀ ਰਫ਼ਤਾਰ ਵਧਣ ਲੱਗੀ ਆ। ਮੈਂ ਅੰਕੜੇ ਤੁਹਾਨੂੰ ਅਕਸਰ ਦੱਸਦੀ ਰਹਿੰਦੀ ਹਾਂ, ਪਰ ਜੇ ਅੱਜ ਅੰਕੜੇ ਨਾ ਵੀ ਦੱਸਾਂ ਤਾਂ ਤੁਹਾਨੂੰ ਬਸ ਇੰਨੀ ਗੱਲ ਦੱਸ ਦੇਵਾਂ ਕਿ ਜਿਸ ਚੀਜ਼ ਦਾ ਡਰ ਸੀ ਉਹ ਹੋਣਾ ਸ਼ੁਰੂ ਹੋ ਚੁੱਕਾ ਆ। ਸੋ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਸਮੀਖਿਆਵਾਂ ਕੀਤੀਆਂ ਜਾ ਰਹੀਆਂ ਨੇ, ਖੁਦ ਨੂੰ ਪ੍ਰਿਪੇਅਰ ਕੀਤਾ ਜਾ ਰਿਹਾ, ਪਰ ਟੈਸਟਿੰਗ ਜਿਹੜੀ ਆ ਉਹ ਜੇ ਵੀ ਘੱਟ ਆ। ਸੋ ਖਤਰੇ ਦੇ ਮਾਰਕ ਤੇ ਨਾ ਪਹੁੰਚ ਜਾਈਏ ਇੱਕ ਵਾਰੀ ਫਿਰ ਤੋਂ, ਕਿਉਂਕਿ ਪੰਜਾਬ ਦੇ ਵਿੱਚ ਖਤਰਾ ਵਧਣਾ ਸ਼ੁਰੂ ਹੋ ਗਿਆ ਤੇ ਰਫ਼ਤਾਰ ਜਿਹੜੀ ਆ ਵਧਣੀ ਸ਼ੁਰੂ ਹੋ ਗਈ। ਕੱਲ ਤੁਹਾਨੂੰ ਮੈਂ ਵੱਖਰੇ ਵੱਖਰੇ ਮੁਲਕ ਦੀ ਵੱਖਰੀ ਵੱਖਰੀ ਗੱਲ ਦੱਸੀ ਸੀਗੀ ਕਿ ਉੱਥੇ ਕਰੋਨਾ ਨੂੰ ਲੈ ਕੇ ਕੀ ਕੀ ਹੈ। ਤੇ ਚੀਨ ਦੀ ਹਾਲਤ, ਜਿੱਥੇ ਡ੍ਰਿਪਸ ਜਿਹੜੀਆਂ ਨੇ ਉਹ ਸਟੂਡੈਂਟਸ ਨੂੰ ਕਲਾਸਰੂਮਸ ਦੇ ਵਿੱਚ ਲੱਗ ਰਹੀਆਂ ਨੇ, ਤੇ ਸ਼ਮਸ਼ਾਨ ਘਾਟ ਦੀ ਜਿੱਥੇ ਵੇਟਿੰਗ ਹੈ, ਉਹ ਗੱਲ ਜਿਹੜੀ ਤੁਹਾਡੇ ਨਾਲ ਕੀਤੀ ਸੀਗੀ। ਇਸ ਬਾਬਤ ਹੋਰ ਵੀ ਬੜਾ ਕੁਛ ਹੈ ਜਿਹੜਾ ਕਿ ਜਦੋਂ ਸਾਨੂੰ ਲੱਗੇਗਾ ਕਿ ਇਹ ਹਾਈਲਾਈਟ ਹੈ ਤੁਹਾਨੂੰ ਦੱਸਣਾ ਚਾਹੀਦਾ ਤੇ ਦੱਸਾਂਗੇ ਜ਼ਰੂਰ। ਅੱਜ ਦੀ ਜਿਹੜੀ ਪਹਿਲੀ ਖਬਰ ਲੈਣੀ ਆ ਉਹ ਆਪਾਂ ਲੈਣੀ ਆ ਭਗਵੰਤ ਮਾਨ ਸਾਹਿਬ ਤੇ। ਅੱਜ ਅਸੀਂ ਪੂਰਾ ਦਿਨ ਦੇਖਿਆ ਜਾਏ ਤਾਂ ਸਿਆਸਤ ਜਿਹੜੀ ਆ ਉਹ ਮੱਧਮ ਰਹੀ, ਕਿਉਂਕਿ ਤੁਹਾਨੂੰ ਪਤਾ ਹੈ ਸ਼ਹੀਦੀ ਹਫਤਾ ਚੱਲ ਰਿਹਾ ਹੈ। ਭਾਵੇਂ ਰਾਜਾ ਵੜਿੰਗ ਹੋਣ, ਹੋਰ ਹੋਣ, ਇਹ ਸਾਰੇ ਦੇ ਸਾਰੇ ਜਿਹੜੇ ਸਿਆਸਤਦਾਨ ਨੇ ਜ਼ਿਆਦਾਤਰ ਇਹ ਮੱਥਾ ਟੇਕਣ ਲਈ ਜਾ ਰਹੇ ਨੇ, ਸਿਰ ਨਿਵਾਉਣ ਲਈ ਜਾ ਰਹੇ ਨੇ। ਜ਼ਾਹਰ ਤੌਰ ਤੇ ਸ਼ਹੀਦੀ ਹਫਤਾ ਹੈਗਾ, ਇਸ ਵਕਤ ਤੇ ਜਾਣਾ ਬਣਦਾ ਵੀ ਹੈ। ਦੂਜੇ ਪਾਸੇ ਅਸੀਂ ਜੇ ਗੱਲ ਕਰੀਏ ਕਿ ਸਿਆਸਤਾਂ ਮੱਧਮ ਨਹੀਂ ਪਈਆਂ, ਸਿਰਫ ਸਿਆਸੀ ਖਬਰਾਂ ਜਿਹੜੀਆਂ ਨੇ ਉਹ ਅੱਜ ਥੋੜ੍ਹੀਆਂ ਜਿਹੀਆਂ ਮੱਧਮ ਪਈਆਂ ਹੋਈਆਂ। ਤੇ ਖਬਰ ਹੋਏ ਨਹੀਂ ਤੇ ਖਬਰ ਸਾਨੂੰ ਬਣਾਉਣੀ ਪਏ, ਇਹੋ ਜਿਹਾ ਕੰਮ ਅਸੀਂ ਕਰਦੇ ਨਹੀਂ। ਸੋ ਜੋ ਖਬਰਾਂ ਨੇ ਵੱਖਰੀਆਂ ਵੱਖਰੀਆਂ ਖਬਰਾਂ ਨੇ, ਹੋਰ ਵੀ ਰੋਚਕ ਖਬਰਾਂ ਵੀ ਨੇ, ਕੁਝ ਖਤਰਨਾਕ ਖਬਰਾਂ ਵੀ ਨੇ। ਸਿਆਸਤਾਂ ਦੀ ਗੱਲ ਵੀ ਕਰਨੀ ਹੈਗੀ। ਅੱਜ ਭਗਵੰਤ ਮਾਨ ਸਾਹਿਬ ਨੇ ਜਿਹੜੀਆਂ ਟਿੱਚਰਾਂ ਕੀਤੀਆਂ ਨੇ ਨਾ ਸਿਆਸਤਦਾਨਾਂ ਨੂੰ, ਤੁਸੀਂ ਮਤਲਬ ਜਦੋਂ ਸੁਣੋਗੇ ਤੇ ਤੁਹਾਨੂੰ ਏਦਾਂ ਲੱਗਣਾ ਹੈਗਾ ਕਿ ਹਰ ਗੱਲ ਦਾ ਠੋਕਵਾਂ ਜਵਾਬ ਹੈਗਾ ਮਾਨ ਸਾਹਿਬ ਕੋਲ। ਸੋ ਅੱਜ ਉਹਨਾਂ ਨੇ ਖੁੱਲ ਕੇ ਗੱਲਾਂ ਕੀਤੀਆਂ, ਤੇ ਜਿਹੜੇ ਕਹਿੰਦੇ ਵੀ 94 ਸਾਲਾਂ 'ਚ ਵੀ ਲੜਾਂਗੇ ਚੋਣ, ਉਹਨਾਂ ਬਾਰੇ ਵੀ ਗੱਲਾਂ ਕੀਤੀਆਂ। ਸੋ ਤਵੇ ਜਿਹੜੇ ਨੇ ਉਹ ਵੱਖ-ਵੱਖ ਲਾਏ ਗਏ ਨੇ। ਕੀ ਗੱਲਾਂ ਕੀਤੀਆਂ ਇਸ ਬਾਰੇ ਅਸੀਂ ਜ਼ਰੂਰ ਜ਼ਿਕਰ ਕਰਾਂਗੇ ਅੱਜ ਦੇ ਸ਼ੋਅ ਦੇ ਵਿੱਚ। ਸੋ ਦੂਜੀ ਖਬਰ ਜਿਹੜੀ ਆ ਉਹ ਹੈ ਆਪ ਦੇ ਵਿਧਾਇਕ ਤੇ ਹਮਲਾ ਹੋਇਆ ਹੈ।
ਇਹ ਹਮਲਾ ਕਿਸਨੇ ਕੀਤਾ ਹੈ, ਕਿਹੜੀ ਗੱਲ ਹੋਈ ਹੈ, ਕਿਸ ਨੂੰ ਕੁਛ ਲੱਗੀ ਹੈ, ਕੋਈ ਫੱਟੜ ਹੋਇਆ ਹੈ, ਕਿਸੇ ਦੀ ਜਾਨ ਨੂੰ ਖਤਰਾ ਤਾਂ ਨਹੀਂ ਹੋਇਆ, ਪੁਲਿਸ ਕੀ ਕੁਛ ਕਰ ਰਹੀ ਹੈ, ਇਸ ਬਾਰੇ ਤੁਹਾਡੇ ਨਾਲ ਗੱਲਾਂ ਜਿਹੜੀਆਂ ਨੇ ਉਹ ਕਰਨੀਆਂ ਹੈਗੀਆਂ ਨੇ, ਖਬਰ ਜਿਹੜੀ ਹੈ ਤੁਹਾਨੂੰ ਦੱਸਣੀ ਹੈਗੀ ਹੈ, ਕਿਉਂਕਿ ਇਹ ਹਮਲੇ ਜਿਹੜੇ ਨੇ ਇਹ ਲਗਾਤਾਰ ਇਹਨਾਂ ਦੀ ਜਿਹੜੀ ਤਾਸੀਰ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਹੈ, ਉਹ ਵੀ ਗੱਲ ਜਿਹੜੀ ਆ ਆਪਾਂ ਕਰਨੀ ਹੈਗੀ ਆ। ਫਿਰ ਉਸ ਤੋਂ ਬਾਅਦ ਜੇ ਗੱਲ ਕਰੀਏ ਲੱਤ 'ਚ ਗੋਲੀ ਵੱਜੀ ਉਸ ਗੈਂਗਸਟਰ ਦੇ ਜਿਹਨੇ ਅੰਮ੍ਰਿਤਸਰ ਦੇ ਵਿੱਚ ਇਹ ਪੂਰਾ ਦਾ ਪੂਰਾ ਕਾਰਾ ਕੀਤਾ, ਜਿਹੜਾ ਪ੍ਰਾਪਰਟੀ ਡੀਲਰ ਤੇ ਵਪਾਰੀ ਸੀ, ਜਿਸ ਤੇ ਉਹ 20 ਲੱਖ ਰੁਪਏ ਜਿਸ ਤੋਂ ਫਿਰੌਤੀ ਮੰਗੀ ਜਾ ਰਹੀ ਸੀ, ਉਸਦੇ ਲੱਤ ਤੇ ਗੋਲੀ ਲੱਗੀ ਸੀ ਤੇ ਪੁਲਿਸ ਨੇ ਕਿਹਾ ਸੀਗਾ ਕਿ ਇੱਕ ਵਾਰੀ ਜ਼ੇਰੇ ਇਲਾਜ ਹੈਗਾ, ਠੀਕ ਹੋ ਜਾਏ ਤੇ ਫਿਰ ਇਸ ਤੋਂ ਪੁੱਛਤਾਛ ਜਿਹੜੀ ਕੀਤੀ ਜਾਏਗੀ। ਸੋ ਪੁੱਛਤਾਛ ਤੋਂ ਬਾਅਦ ਜਿਸਦੀ ਲੱਤ ਤੇ ਗੋਲੀ ਲੱਗੀ ਤੇ ਉਹ ਫੜਿਆ ਗਿਆ ਗੈਂਗਸਟਰ, ਉਸਨੇ ਕੁਝ ਖੁਲਾਸੇ ਕੀਤੇ ਨੇ ਤੇ ਪੁਲਿਸ ਬਾਬਤ ਵੀ ਕੁਝ ਇੱਕ ਵੱਡੀ ਗੱਲ ਸਾਹਮਣੇ ਆਈ ਹੈਗੀ ਆ, ਉਸ ਦਾ ਜ਼ਿਕਰ ਵੀ ਅਸੀਂ ਕਰਨਾ ਆ। ਫਿਰ ਜਿਹੜੀ ਅਗਲੀ ਗੱਲ ਹੈਗੀ ਆ ਉਹ ਹੈਗੀ ਆ ਕਿ ਵੀ ਕਪੂਰਥਲਾ 'ਚ SHO ਤੇ ASI ਗ੍ਰਿਫਤਾਰ ਨੇ, ਯਾਨੀ ਪੁਲਿਸ ਮੁਲਾਜ਼ਮ, SHO ਦਾ ਰੁਤਬਾ ਵੀ ਪੂਰਾ ਥਾਣੇਦਾਰ ਆ, ਉਹ ਮਤਲਬ ਚੱਲਦੀ ਆ SHO ਹੋਏ ਤੇ ਫਿਰ ਕਹਿੰਦੇ ਆ ਵੀ ਜੇ ਕਿਸੇ ਇਲਾਕੇ ਦਾ ਤੁਹਾਡਾ SHO ਦੋਸਤ ਆ, ਯਾਰ ਆ, ਤੇ ਤੁਹਾਨੂੰ ਕਿਸੇ ਤੋਂ ਵੀ ਡਰਨ ਘਬਰਾਉਣ ਦੀ ਲੋੜ ਨਹੀਂ ਹੁੰਦੀ। SHO ਦੀ ਪਾਵਰ ਜਿਹੜੀ ਆ ਉਹ ਆਪਣੇ ਇਲਾਕੇ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੁੰਦੀ ਆ। ਸੋ SHO ਤੇ SI ਇਹ ਦੋਵੇਂ ਗ੍ਰਿਫਤਾਰ ਨੇ। ਕਿਉਂ ਗ੍ਰਿਫਤਾਰ ਨੇ ਇਸ ਬਾਰੇ ਜ਼ਿਕਰ ਜਿਹੜਾ ਹੈ ਉਹ ਵੀ ਕਰਨਾ ਬਣਦਾ ਹੈਗਾ। ਸੋ ਇੱਕ ਮੰਗ ਆਈ ਹੈ ਜੀ, ਤੇ ਮੰਗ ਵੀ ਕਿਹਦੇ ਵੱਲੋਂ ਆਈ ਹੈ? ਭਾਜਪਾ ਵੱਲੋਂ। ਉਹ ਕਹਿ ਰਹੇ ਆ ਕਿ ਭੋਗਾਂ ਤੇ ਜਿਹੜੀਆਂ ਸਿਆਸੀ ਸਪੀਚਾਂ ਹੁੰਦੀਆਂ ਨੇ ਜਾਂ ਭਾਸ਼ਣ ਹੁੰਦੇ ਨੇ, ਜਿਹੜੇ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਹ ਜਮਾ ਹੀ ਨਾ ਕੀਤੀ ਜਾਏ, ਉਹ ਬਿਲਕੁਲ ਨਾ ਕੀਤੀ ਜਾਏ। ਸੋ ਇਸ ਤੇ ਵੀ ਅਸੀਂ ਗੱਲ ਕਰਨੀ ਹੈ, ਇਸ ਤੇ ਆਪਾਂ ਚਰਚਾ ਕਰਨੀ ਹੈਗੀ ਹੈ, ਖਬਰ ਤਾਂ ਦੇਣੀ ਆ ਪਰ ਇਸ ਤੇ ਤੁਹਾਡੀ ਰਾਏ ਵੀ ਲੈਣੀ ਬਣਦੀ ਹੈਗੀ ਆ। ਸੋ ਅਖੀਰ ਤੇ ਤੁਹਾਨੂੰ ਇੱਕ ਬੜੀ ਵਧੀਆ ਤੇ ਗੁੱਡ ਨਿਊਜ਼ ਦੇ ਕੇ ਜਾਵਾਂਗੇ। ਉਹ ਗੁੱਡ ਨਿਊਜ਼ ਹੈਗੀ ਆ ਸਿਗਰਟ, ਬੀੜੀ, ਤੰਬਾਕੂ ਨਾਲ ਤਾਲੁਕ ਰੱਖਦੀ ਹੋਈ ਇਹ ਬੰਦ ਹੋਏ ਨੇ। ਕਿੱਥੇ ਹੋਏ ਨੇ, ਕਿਵੇਂ ਹੋਏ ਨੇ, ਤਰੀਕਾ ਕੀ ਰਿਹਾ, ਤੇ ਬਾਕੀ ਪੰਜਾਬ 'ਚ ਵੀ ਕੀ ਇਹ ਸਭ ਬੰਦ ਹੋ ਸਕਦਾ? ਵੈਸੇ ਤਾਂ ਫਾਇਦੇ ਮੁਨਾਫੇ ਜਿਹੜੇ ਨੇ ਟੈਕਸ ਦੇ ਰੂਪ ਦੇ ਵਿੱਚ ਅੱਗੇ ਆਉਂਦੇ ਹੈਗੇ ਆ, ਪਰ ਜੇ ਸਿਹਤ ਦੀ ਗੱਲ ਕਰੀਏ ਤੇ ਜੇ ਧਾਰ ਲਿਆ ਜਾਏ ਤਾਂ ਫਿਰ ਕੀ ਨਹੀਂ ਹੋ ਸਕਦਾ। ਸੋ ਇਸ ਤੇ ਵੀ ਗੱਲ ਜਿਹੜੀ ਹੈ ਉਹ ਹੋਏਗੀ। ਸੋ ਅੱਜ ਦਾ ਇਹ ਜਿਹੜੀਆਂ ਚੋਣਵੀਆਂ ਖਬਰਾਂ ਤੁਹਾਨੂੰ ਦੱਸੀਆਂ ਨੇ, ਖਬਰਾਂ ਬੜੀਆਂ ਚੁਣ ਚੁਣ ਕੇ ਲੈ ਕੇ ਆਉਂਦੇ ਆ, ਜਿਹੜੀਆਂ ਸਰੋਕਾਰ ਦੀਆਂ ਹੁੰਦੀਆਂ, ਜਿਨ੍ਹਾਂ ਨੂੰ ਪੰਜਾਬ ਦਾ ਫਿਕਰ ਆ, ਉਹ ਇਹਨਾਂ ਖਬਰਾਂ ਨੂੰ ਜ਼ਰੂਰ ਦੇਖਦੇ ਵੀ ਆ ਤੇ ਧਿਆਨ ਵੀ ਦਿੰਦੇ ਆ ਤੇ ਚਰਚਾ ਦਾ ਹਿੱਸਾ ਵੀ ਬਣਦੇ ਆ ਆਪਣੇ ਕਮੈਂਟਸ ਦੇ ਜ਼ਰੀਏ। ਤੇ ਇੱਕ ਇੱਕ ਕਮੈਂਟ ਜਿਹੜਾ ਹੈ ਉਹ ਬੈਨੀਪਲ ਸਾਹਿਬ ਵੀ ਪੜ੍ਹਦੇ ਹੈਗੇ ਆ, ਮੈਂ ਵੀ ਪੜ੍ਹਦੀ ਹੈਗੀ ਆ। ਇੱਕ ਇੱਕ ਕਮੈਂਟ ਜਿਹੜਾ ਅਸੀਂ ਪੜ੍ਹਦੇ ਆ ਤੇ ਫਿਰ ਦੇਖਦੇ ਆ ਵੀ ਤੁਸੀਂ ਅੱਗੋਂ ਕੀ ਕਹਿ ਰਹੇ ਹੈਗੇ ਹੋ। ਵੈਸੇ ਤਾਂ ਮੈਂ ਕੈਮਰੇ ਨਾਲ ਗੱਲ ਕਰ ਰਹੀ ਹਾਂ, ਪਰ ਟੂ ਵੇ ਤਰੀਕਾ ਇਹੀ ਹੋ ਸਕਦਾ, ਟੂ ਵੇ ਕਨਵਰਸੇਸ਼ਨ ਇਦਾਂ ਹੀ ਹੋ ਸਕਦੀ ਹੈ ਜਦੋਂ ਆਪਾਂ ਤੁਸੀਂ ਇਧਰੋਂ ਮੇਰੀ ਸੁਣੋ, ਉਧਰੋਂ ਮੈਂ ਤੁਹਾਡੇ ਕਮੈਂਟਸ ਪੜ੍ਹਾਂ। ਤੇ ਬੈਨੀਪਲ ਸਾਹਿਬ ਵੀ ਇਹੀ ਕਰਦੇ ਹੈਗੇ ਆ ਤੇ ਤੁਹਾਡੀਆਂ ਗੱਲਾਂ ਵੱਲ ਧਿਆਨ ਵੀ ਦਿੱਤਾ ਜਾਂਦਾ ਹੈ, ਉਸ ਤੇ ਡਿਸਕਸ਼ਨ ਵੀ ਹੁੰਦੀ ਹੈਗੀ ਹੈ। ਇਹ ਨਹੀਂ ਕਿ ਕਮੈਂਟ ਪੜ੍ਹ ਲਿਆ ਤੇ ਪਾਸੇ ਚਲੇ ਗਏ, ਪਰ ਤੁਹਾਡੇ ਕਮੈਂਟਸ ਦੀ ਤੇ ਅਸੀਂ ਘੰਟਿਆਂ ਘੰਟਿਆਂ ਤੱਕ ਡਿਸਕਸ਼ਨਸ ਜਿਹੜੀਆਂ ਨੇ ਉਹ ਕਰਦੇ ਹੈਗੇ ਆ। ਸੋ ਸ਼ੁਰੂ ਕਰਦੇ ਆ। ਵੈਸੇ ਤਾਂ ਸ਼ੁਰੂ ਤਾਂ ਹੋ ਹੀ ਚੁੱਕਿਆ, ਪਰ ਅੱਗੇ ਵਧਦੇ ਆ ਅੱਜ ਦੇ ਇਸ ਸ਼ੋਅ ਦੇ ਵਿੱਚ। ਸਭ ਤੋਂ ਪਹਿਲੀ ਖਬਰ ਲੈਣੀ ਆ CM ਭਗਵੰਤ ਮਾਨ ਸਾਹਿਬ ਦੀ। ਉਹਨਾਂ ਨੇ ਅੱਜ ਜਿਹੜੀਆਂ ਟੀਚਰਾਂ ਕੀਤੀਆਂ ਨਾ, ਅੱਜ ਵੈਸੇ ਪੈਰੈਂਟ ਟੀਚਰਸ ਮੀਟਿੰਗ ਸੀਗੀ, ਜਿਹੜੀ ਮੈਗਾ PTM ਹੈਗੀ ਸੀ, ਜਿਸ ਦੇ ਵਿੱਚ ਮਾਤਾ ਪਿਤਾ ਨੂੰ ਬੁਲਾਇਆ ਗਿਆ ਸੀ ਤੇ CM ਮਾਨ ਆਪ ਪਟਿਆਲੇ ਪਹੁੰਚੇ ਹੋਏ ਸੀ, ਬੱਚਿਆਂ ਨਾਲ ਮੁਲਾਕਾਤ ਕੀਤੀ, ਟੀਚਰਸ ਦੇ ਨਾਲ ਮੁਲਾਕਾਤ ਕੀਤੀ। ਤੇ ਅੱਜ ਜਿਹੜੀ ਮੈਗਾ PTM ਰਹੀ, ਇਸ PTM ਦੇ ਵਿੱਚ ਇਹ ਦਰਸਾਇਆ ਗਿਆ ਕਿ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਜਿਹੜੀ ਹੈ ਉਹ ਕਿੱਦਾਂ ਕਰਨੀ ਹੈਗੀ ਹੈ, ਕਿ ਇੱਥੋਂ ਹੀ ਸਾਰੇ ਅਫਸਰ ਨਿਕਲਣ, ਇੱਥੋਂ ਹੀ ਤਕਨੀਕ ਦੇ ਸਹਾਰੇ ਅੱਗੇ ਵਧਣ, ਬੱਚੇ ਬਾਹਰ ਜਾਣ ਦੀ ਲੋੜ ਨਾ ਪਏ। ਤੇ ਉਹਦੇ ਲਈ ਬੇਸ ਮਜ਼ਬੂਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਬੇਸ ਮਜ਼ਬੂਤ ਹੋਏਗਾ ਤੇ ਸਭ ਮਜ਼ਬੂਤ ਹੋਏਗਾ। ਟੀਚਰਸ ਤੇ ਮਾਪਿਆਂ ਦੇ ਵਿੱਚ ਸਾਂਝ ਜਿਹੜੀ ਉਹ ਪੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਇਹ ਸਾਂਝ ਨਹੀਂ ਪੈਂਦੀ ਉਦੋਂ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ। ਬੱਚੇ ਦੀ ਪਰਫਾਰਮੈਂਸ ਤੇ ਨਜ਼ਰ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਭਾਵੇਂ ਮਾਪੇ ਜਿੰਨੇ ਮਰਜ਼ੀ ਹੀ ਵਿਅਸਤ ਕਿਉਂ ਨਾ ਹੋਣ, ਬਿਜ਼ੀ ਕਿਉਂ ਨਾ ਹੋਣ, ਪਰ ਉਹਨਾਂ ਨੂੰ ਮਸਰੂਫੀਅਤ 'ਚੋਂ ਇਹ ਵਕਤ ਜਿਹੜਾ ਹੈ ਉਹ ਕੱਢਣਾ ਹੀ ਹੋਏਗਾ। ਸੋ ਇੱਥੇ ਸਿਰਫ ਪੜ੍ਹਾਈ ਦੀ ਗੱਲ ਨਹੀਂ ਹੁੰਦੀ, ਇੱਥੇ ਗੱਲਾਂ ਜਿਹੜੀਆਂ ਹੁੰਦੀਆਂ ਉਹ ਵੀ ਗੱਲਾਂ ਹੁੰਦੀਆਂ ਜਿਹੜੀ ਕਿ ਬੱਚੇ ਦੀ ਫੁੱਲ ਔਨ ਡਿਵੈਲਪਮੈਂਟ ਤੇ ਵਰਕ ਕਰਦੀਆਂ ਹੈਗੀਆਂ। ਸੋ ਅੱਜ ਦਾ ਇਹ ਜਿਹੜਾ ਉਪਰਾਲਾ ਰਿਹਾ ਸਫਲ ਰਿਹਾ। ਪਰ ਜਿਹੜੀ ਖਬਰ ਜਿਹੜੀ ਤੁਹਾਡੇ ਵਾਸਤੇ ਲੈ ਕੇ ਆਏ ਆ, ਇਹ ਤਾਂ ਗੱਲ ਸੀਗੀ, ਪਰ ਜਿਹੜੀ ਖਬਰ ਤੁਹਾਡੇ ਵਾਸਤੇ ਲੈ ਕੇ ਆਏ ਆ ਉਹ ਖਬਰ ਕੀ ਕਹਿੰਦੀ ਆ? ਉਹ ਖਬਰ ਕਹਿੰਦੀ ਆ ਕਿ ਜੀ
ਸੀਐਮ ਸਾਹਿਬ ਜਦੋਂ ਸਟੇਜ ਤੋਂ ਬੋਲੇ ਤਾਂ ਉਹਨਾਂ ਨੇ ਜ਼ਿਕਰ ਕੀਤਾ 94 ਸਾਲਾ ਸਿਆਸਤਦਾਨ ਦਾ। ਹੁਣ 94 ਸਾਲਾ ਸਿਆਸਤਦਾਨ ਕੌਣ ਹੈ? ਉਹ ਕਹਿੰਦੇ 94 ਸਾਲਾ ਸਿਆਸਤਦਾਨ ਕਹਿੰਦਾ ਹੈ ਕਿ ਅਸੀਂ 94 ਸਾਲ 'ਚ ਵੀ ਚੋਣ ਲੜਾਂਗੇ, ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ। ਤੇ ਬੜੇ ਹੀ ਟਿੱਚਰ ਭਰੇ ਅੰਦਾਜ਼ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਕਿਹਾ, ਉਹ ਬੱਸ ਕਰੋ, ਹੋਰ ਕਿੰਨੇ ਮੌਕੇ ਲੈਣੇ ਆ? ਤੁਹਾਡੇ ਬਾਪ ਦਾਦਿਆਂ ਪੜਦਾਦਿਆਂ ਨੂੰ ਮੌਕੇ ਦੇ ਦਿੱਤੇ, ਤੁਸੀਂ ਕੀਤਾ ਕੀ? ਹੁਣ ਤੁਹਾਡਾ ਸੇਵਾ ਕਰਨ ਦਾ ਨਹੀਂ, ਕਰਾਉਣ ਦਾ ਵਕਤ ਹੈਗਾ। ਸੋ ਸੀਐਮ ਮਾਨ ਸਾਹਿਬ ਨੇ ਅੱਜ ਤਵੇ ਜਿਹੜੇ ਨੇ ਉਹ ਖੁੱਲ ਕੇ ਲਾਏ। ਕਹਿੰਦੇ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀਆਂ ਬਹੁਤ ਸਾਰੀਆਂ ਗੱਲਾਂ। ਕਹਿੰਦੇ ਇਹ ਬਰਦਾਸ਼ਤ ਨਹੀਂ ਕਰਦੇ ਹੈਗੇ ਕਿ ਮਹਿੰਦਰ ਮਾਸਟਰ ਦਾ ਮੁੰਡਾ ਇਸ ਕੁਰਸੀ ਤੇ ਬਹਿ ਕਿੱਦਾਂ ਗਿਆ। ਮਹਿੰਦਰ ਮਾਸਟਰ ਦਾ ਮੁੰਡਾ ਇਸ ਕੁਰਸੀ ਤੇ ਕਿੱਦਾਂ ਬਹਿ ਗਿਆ? ਜੇ ਕੁਰਸੀ ਤੇ ਬਹਿ ਵੀ ਗਿਆ ਤੇ ਇਹਨੂੰ ਬਹਿਣਾ ਕਿੱਦਾਂ ਆ ਗਿਆ? ਜੇ ਬਹਿਣਾ ਆ ਵੀ ਗਿਆ ਤੇ ਇਹਨੂੰ ਕੈਬਨਿਟ ਬਣਾਉਣੀ ਕਿੱਦਾਂ ਆ ਗਈ? ਤੇ ਜਿਹੜੇ ਕੰਮ ਅਸੀਂ ਅਖੀਰਲੇ 6 ਮਹੀਨਿਆਂ 'ਚ ਕਰਦੇ ਸੀ, ਇਹ ਕਿੱਦਾਂ ਪਹਿਲੇ 6 ਮਹੀਨਿਆਂ 'ਚ ਕਰ ਰਹੇ ਨੇ? ਸੋ ਇਹ ਕੁਝ ਕਿਹਾ। ਤੇ 94 ਸਾਲਾਂ ਦੀ ਗੱਲ ਜਿਹੜੀ ਆ ਉਹ ਕਿੱਥੇ ਜਾਂਦੀ ਆ, ਇਹ ਤੁਸੀਂ ਸਾਰੇ ਜਾਣਦੇ ਹੀ ਹੋ। ਫਿਰ ਬੜੀ ਵੱਡੀ ਜਿਹੜੀ ਇੱਕ ਰਾਹਤ ਵਾਲੀ ਗੱਲ ਹਿੰਟ ਦੇ ਗਏ। ਇੱਕ ਟੋਲ ਪਲਾਜ਼ਾ ਜਿਹੜਾ ਹੈ ਉਸ ਨੂੰ ਹੋਰ ਬੰਦ ਕਰਨ ਦਾ ਇਹ ਸੰਕੇਤ ਜਿਹੜਾ ਉਹ ਮਿਲਿਆ ਹੈਗਾ, ਕਿਉਂਕਿ ਟੋਲ ਪਲਾਜ਼ਿਆਂ ਤੇ ਜੇ ਅਸੀਂ ਗੱਲ ਕਰੀਏ ਤੇ ਕਹਿੰਦੇ ਇਧਰੋਂ ਪੈਸੇ ਫੜਾਓ ਨਿਕਲ ਜਾਓ, ਫਿਰ ਉਧਰ ਪੈਸੇ ਫੜਾਓ ਫਿਰ ਨਿਕਲ ਜਾਓ। ਕਹਿੰਦੇ ਉਹਨਾਂ ਨੇ ਪੈਸੇ ਲੈਣੇ ਹੈ, ਜੇ ਅਸੀਂ ਗੱਡੀ ਲੈਂਦਿਆਂ ਵਕਤ ਰੋਡ ਟੈਕਸ ਜਿਹੜਾ ਹੈ ਉਹ ਦੇ ਰਹੇ ਆ, ਤੇ ਫਿਰ ਤੁਸੀਂ ਕਾਹਦਾ ਇਹ ਟੋਲ ਲੈਂਦੇ ਹੋ? ਲੋਕਾਂ ਨੂੰ ਕਾਹਦਾ ਲੁੱਟਣਾ ਜਿਹੜਾ ਹੈ ਉਹ ਰੱਖਿਆ ਹੋਇਆ। ਤੇ ਫਿਰ ਹਿੰਟ ਜਿਹੜੇ ਨੇ ਉਹਨਾਂ ਨੇ ਅੱਗੇ ਦਿੱਤੇ। ਕਹਿੰਦੇ ਕੋਰਟ ਠੀਕ ਹੈ, ਪਰ ਆਪ ਜਿਹੜੇ ਨੇ ਉਹ ਅੱਗੇ ਕਦਮ ਚੁੱਕਣੇ ਪੈਂਦੇ ਨੇ। ਸੋ ਬਹੁਤ ਸਾਰੀਆਂ ਗੱਲਾਂ, ਮਤਲਬ ਵਿੱਚ ਡਿਵੈਲਪਮੈਂਟ ਦੀਆਂ ਤੇ ਬਹੁਤ ਸਾਰੀਆਂ ਗੱਲਾਂ। ਕਹਿੰਦੇ ਟਿਪਸ ਤੇ ਪਏ ਨੇ ਮੇਰੇ ਪੰਜਾਬ ਦੇ ਸਾਰੇ ਮਸਲੇ। ਇੱਕ ਮਸਲਾ ਜਿਹੜਾ ਹੈ, ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਇੱਕ ਮਸਲਾ ਜਿਹੜਾ ਹੈ ਉਹ ਮੇਰੇ ਟਿਪਸ ਤੇ ਪਿਆ ਹੋਇਆ। ਸੋ ਕਹਿੰਦੇ ਕਿ ਵੀ ਇੱਕ ਦਿਨ 'ਚ ਮੈਂ 10 ਮੀਟਿੰਗਾਂ ਕਰਦਾ ਤੇ ਮੈਨੂੰ ਬਿਲਕੁਲ ਐਗਜ਼ੈਕਟਲੀ ਪਤਾ ਹੈ ਕਿ ਕੀ ਕਿੱਥੇ ਕਿੰਨਾ ਕਰਨਾ ਹੈ। ਸੋ ਮਤਲਬ ਕਹਿੰਦੇ ਪਰ ਇਹ ਹੁਣ ਕੀ ਵਿਰੋਧੀ ਕੀ ਕਰਦੇ ਹੈਗੇ? ਕਹਿੰਦੇ ਭਾਵੇਂ ਉਹ ਚਲੇ ਜਾਣ ਲੋਕ ਸਭਾ, ਭਾਵੇਂ ਉਹ ਚਲੇ ਜਾਣ ਕਿਸੇ ਖੂਨਦਾਨ ਕੈਂਪ ਦੇ ਵਿੱਚ, ਭਾਵੇਂ ਉਹ ਚਲੇ ਜਾਣ ਕਿਸੇ ਭੋਗ 'ਚ, ਉਹਨਾਂ ਨੇ ਮੈਨੂੰ ਗਾਲਾਂ ਕੱਢਣੀਆਂ ਹੀ ਕੱਢਣੀਆਂ। ਉਹਨਾਂ ਨੇ ਸਵਾਲ ਕੀਤਾ ਕਿ ਮੈਂ ਪੰਜਾਬ ਦਾ ਕੀ ਮਾੜਾ ਕਰ ਦਿੱਤਾ? ਮੈਂ ਕੋਈ ਮਾਫੀਆ ਚਲਾਇਆ? ਮੈਂ ਕੋਈ ਪੈਸਾ ਖਾਦਾ? ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਭਗਵੰਤ ਮਾਨ ਸਾਹਿਬ ਨੇ ਕੀਤੀਆਂ ਨੇ। ਸੋ ਕਹਿੰਦੇ ਵੀ ਆਪਾਂ ਪੁੱਲ ਬਣਾਏ, ਵੱਡੀਆਂ ਸੜਕਾਂ ਬਣਾਈਆਂ। ਸੋ ਕਹਿੰਦੇ ਇਹ ਸਾਰਾ ਕੁਝ ਬਸ ਇਸੇ ਦੇ ਕਰਦੇ ਰਹਿੰਦੇ ਹੈਗੇ ਆ। ਕਹਿੰਦੇ ਕਿ ਹੁਣ ਤੁਸੀਂ ਸੇਵਾ ਦਾ ਮੌਕਾ ਦੀ ਗੱਲ ਕੀਤੀ ਸੀ ਨਾ, ਕਹਿੰਦੇ ਹੁਣ ਤੁਸੀਂ ਜੇ 94 ਸਾਲਾਂ ਦੀ ਗੱਲ ਕਰਦੇ ਹੋ ਤੇ ਸੇਵਾ ਜਿਹੜੀ ਹੈ ਉਹ ਕਰਾਉਣ ਦੇ ਦਿਨ ਹੈਗੇ ਨੇ, ਕਰਨ ਦੇ ਦਿਨ ਨਹੀਂ ਹੈਗੇ। ਸੋ ਅਜਿਹੀਆਂ ਟੀਚਰਾਂ ਦੇ ਵਿੱਚ ਡਿਵੈਲਪਮੈਂਟ ਦੀ ਗੱਲ ਕਰਕੇ ਸੀਐਮ ਮਾਨ ਸਾਹਿਬ ਜਿਹੜੀ ਕਿ ਉਹਨਾਂ ਦੀ USP ਵੀ ਹੈ। ਜਲਾਲਾਬਾਦ ਤੋਂ ਵਿਧਾਇਕ ਨੇ ਜਿਹੜੇ ਗੋਲਡੀ ਕੰਬੋਜ, ਉਹਨਾਂ ਤੇ ਹਮਲਾ ਹੋਣ ਦੀ ਖਬਰ ਆਈ ਤੇ ਇਸੇ ਮੁਤਲਕ ਪੁਲਿਸ ਨੇ 3 ਲੋਕਾਂ ਤੇ ਬਾਈ ਨੇਮ ਮਾਮਲਾ ਦਰਜ ਕੀਤਾ ਹੈ ਤੇ 10 ਤੋਂ 15 ਅਣਪਛਾਤਿਆਂ ਖਿਲਾਫ ਜਿਹੜਾ ਹੈ ਉਹ ਮਾਮਲਾ ਦਰਜ ਕੀਤਾ ਗਿਆ ਹੈ। ਹੋਇਆ ਇਹ ਕਿ ਉਹ ਕਿਸੇ ਪਿੰਡ ਗਏ ਸਨ ਤੇ ਜਦੋਂ ਪਿੰਡ ਗਏ ਤੇ ਉਹ ਤਾਂ ਕਰਕੇ ਗਏ ਸੀ ਕਿਉਂਕਿ ਉਹਨਾਂ ਨੂੰ ਸ਼ਿਕਾਇਤ ਆਈ ਸੀ ਕਿ ਛੱਪੜ ਦੀ ਕੰਪਲੇਂਟ ਨੂੰ ਲੈ ਕੇ ਕਿ ਛੱਪੜ ਜਿਹੜਾ ਹੈ ਬਥੇਰਾ ਗੰਦਾ ਪਿਆ ਹੋਇਆ, ਇੱਥੋਂ ਬਿਮਾਰੀਆਂ ਫੈਲਦੀਆਂ ਨੇ, ਇਸ ਦੀ ਹਾਲਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਨਾਜ਼ੁਕ ਹੈ ਤੇ ਆਸ-ਪਾਸ ਦੇ ਲੋਕ ਇਸ ਨਾਲ ਨਜਿੱਠ ਰਹੇ ਨੇ ਬੜੀ ਔਖੀ ਤਰ੍ਹਾਂ ਦੇ ਨਾਲ। ਤੇ ਉੱਥੇ ਜਿਹੜੇ ਕੁਝ ਅਕਾਲੀ ਵਰਕਰਸ ਤੇ ਆਪ ਵਰਕਰਸ ਦਰਮਿਆਨ ਜਿਹੜੀ ਹੈ ਉਹ ਝੜਪ ਹੁੰਦੀ ਆ ਤੇ ਆਪਸ 'ਚ ਇਹ ਉਲਝ ਜਾਂਦੇ ਹੈਗੇ ਨੇ, ਤੂੰ ਮੈਂ ਹੁੰਦੀ ਆ, ਤੂੰ ਤੜਾਕ ਹੁੰਦੀ ਆ। ਮਾਮਲਾ ਇੰਨਾ ਵੱਧ ਜਾਂਦਾ ਕਿ ਜਿਹੜੀਆਂ ਸੱਟਾਂ ਤੱਕ ਲੱਗਣ ਨੂੰ ਆ ਜਾਂਦੀਆਂ। ਉੱਥੇ ਮੌਜੂਦਾ ਪੰਚਾਇਤ ਮੈਂਬਰ ਨੂੰ ਵੀ ਸੱਟਾਂ ਲੱਗਦੀਆਂ ਜਿਹੜਾ ਕਿ ਇਸ ਵਕਤ ਜ਼ੇਰੇ ਇਲਾਜ ਹੈਗਾ। ਤੇ ਅਜਿਹੇ ਵਿੱਚ ਹਮਲੇ ਦੇ ਵਿੱਚ ਜਿਹੜੇ ਨੇ ਉਹ ਫਸ ਜਾਂਦੇ ਨੇ ਗੋਲਡੀ ਕੰਬੋਜ ਵੀ। ਸੋ ਉਹਨਾਂ ਤੇ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਵੀ ਕੁਝ ਹੱਦ ਤੱਕ ਇਸ ਦਾ ਨੁਕਸਾਨ ਹੋਇਆ ਹੈਗਾ। ਤੁਹਾਨੂੰ ਮਾਮਲਾ ਜਿਹੜਾ ਹੈ ਉਹ ਜ਼ਰੂਰ ਦੱਸ ਦਿੰਦੇ ਆ। ਸੋ ਅਜਿਹੇ ਵਿੱਚ ਜਦੋਂ ਇਸ ਕੈਂਪ ਉਪਰੰਤ ਲੋਕਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਪਿੰਡ ਦੇ ਛੱਪੜ ਦੀ ਚੈਕਿੰਗ ਕਰਨ ਦੇ ਲਈ ਵਿਧਾਇਕ ਦੇ ਨਾਲ ਹੋਰ ਪਿੰਡ ਵਾਸੀ ਵੀ ਚਲੇ ਗਏ ਤਾਂ ਪਹਿਲਾਂ ਤੋਂ ਮੌਜੂਦ ਜਸਵਿੰਦਰ ਸਿੰਘ ਜਿਹੜਾ ਵਾਸੀ ਹੈਗਾ ਸੀ ਜਾਨੇਸਰ ਨੇ ਜਾਤੀ ਸੂਚਕ ਸ਼ਬਦ ਬੋਲੇ ਤੇ ਲਲਕਾਰਾ ਮਾਰਿਆ ਕਿ ਤੂੰ ਕੌਣ ਹੁੰਦਾ ਹੈ ਛੱਪੜ ਦਾ ਕੰਮ ਕਰਾਉਣ ਵਾਲਾ। ਸੋ ਉੱਥੇ ਹੀ ਉਸਦੇ ਸਾਥੀਆਂ ਨੂੰ ਮਾਰ ਦੇਣ ਦੀ ਸਾਥੀਆਂ ਨੇ
ਮਾਰ ਦੇਣ ਦੀ ਨੀਅਤ ਦੇ ਨਾਲ ਜਿਹੜਾ ਹੈ ਉਹ ਹਮਲਾ ਕੀਤਾ ਤੇ ਇਹ ਜਿਹੜੇ ਨੇ ਇਹ ਤੇ ਇਲਜ਼ਾਮ ਹੈ ਕਿ ਜਿਹੜੇ ਸਾਥੀ ਕਹਿ ਰਹੇ ਆ ਇਹਨਾਂ ਨੂੰ ਅਕਾਲੀ ਕਹਿ ਕੇ ਰੈਫਰ ਕੀਤਾ ਗਿਆ ਹੈ ਕਿ ਇਹ ਲੋਕ ਜਿਹੜੇ ਸੀ ਉਹ ਅਕਾਲੀ ਹੈਗੇ ਸੀ। ਸੋ 10 ਤੋਂ 15 ਅਣਪਛਾਤੇ ਵਿਅਕਤੀਆਂ ਵਿਰੁੱਧ 307 ਸਮੇਤ ਜਾਤੀ ਸੂਚਕ ਸ਼ਬਦ ਬੋਲਣ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ। ਸੋ ਕੀ ਕੰਮ ਲਈ ਗਏ ਸੀ, ਕੀ ਕੁਝ ਸੀ, ਇਹ ਵੀ ਖਬਰ ਕੀ ਕਹਿੰਦੀ ਹੈਗੀ ਹੈ। ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 3 ਲੋਕਾਂ ਖਿਲਾਫ ਬਾਏ ਨੇਮ ਅਤੇ 10 ਤੋਂ 15 ਖਿਲਾਫ ਜਿਹੜੀ ਹੈ ਉਹ ਮੁਕੱਦਮਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿੰਡ ਚੱਕ ਜਾਨੇਸਰ ਵਿਖੇ ਵਿਕਾਸ ਦੇ ਕੰਮਾਂ ਸੰਬੰਧੀ ਪਿੰਡ ਅੰਦਰ ਲਗਾਏ ਕੈਂਪ ਦੌਰਾਨ ਗੰਦੇ ਪਾਣੀ ਵਾਲੇ ਛੱਪੜ ਦੀ ਤਰਸਯੋਗ ਹਾਲਤ ਦੀ ਸ਼ਿਕਾਇਤ ਮਿਲਣ ਤੇ ਵਿਧਾਇਕ ਚੈਕਿੰਗ ਕਰਨ ਪਹੁੰਚੇ ਸਨ ਤੇ ਉੱਥੇ ਸਾਰਾ ਮਾਮਲਾ ਵਧਿਆ ਤੇ ਇਹ ਵੀ ਕਿਹਾ ਜਾ ਸਕਦਾ ਹੈਗਾ ਕਿ ਜੋ 307 ਲੱਗਦੀ ਹੈ ਸੋ ਕੋਸ਼ਿਸ਼ ਕੀਤੀ ਹੈ ਮਾਰਨ ਦੀ, ਹਮਲਾ ਜਿਹੜਾ ਹੈ ਉਹ ਹੋਇਆ ਹੈਗਾ। ਹਾਲਾਂਕਿ ਹਮਲੇ ਦੀ ਤਸਵੀਰ ਜਿਹੜੀ ਹੈ ਅਸੀਂ ਉਸ ਦੀ ਪੁਸ਼ਟੀ ਨਹੀਂ ਕਰ ਸਕਦੇ, ਪਰ ਜੇ 307 ਲੱਗੀ ਹੈ ਤੇ ਇਸ ਦਾ ਮਤਲਬ ਜਿਹੜਾ ਹੈ ਉਹ ਮਾਮਲਾ ਵੱਡਾ ਹੈ ਤੇ ਹਮਲੇ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਕਰਕੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੋ ਹੁਣ ਗੱਲ ਕਰ ਲੈਂਦੇ ਹਾਂ ਅੰਮ੍ਰਿਤਸਰ ਮੁੱਠਭੇੜ ਦੀ। ਇਸ ਦੇ ਵਿੱਚ ਇੱਕ ਬੰਦਾ ਜਿਹੜਾ ਹੈ, ਇੱਕ ਗੈਂਗਸਟਰ ਜਿਹੜਾ ਉਸ ਨੂੰ ਫੜ ਲਿਆ ਗਿਆ ਸੀ ਪੁਲਿਸ ਦੇ ਵੱਲੋਂ ਤੇ ਕਿਉਂਕਿ ਇਹ ਪੂਰੀ ਮੁੱਠਭੇੜ ਹੋਈ ਸੀ, ਜਵਾਬੀ ਫਾਇਰਿੰਗ ਵੀ ਕੀਤੀ ਗਈ ਸੀ। ਇਸ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਸੀ ਤੇ ਇੱਕ ਗੈਂਗਸਟਰ ਜ਼ਖਮੀ ਹੋਇਆ ਸੀ ਤੇ ਦੂਜਾ ਗੈਂਗਸਟਰ ਜਿਹੜਾ ਉਹ ਫਰਾਰ ਹੋ ਗਿਆ ਸੀ। ਜਿਹੜੀ ਅੰਮ੍ਰਿਤਸਰ ਦੇ ਵਿੱਚ ਇਹ ਉਹ ਕੇਸ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰਾਪਰਟੀ ਡੀਲਰ ਤੇ ਵਪਾਰੀ ਹੈ, ਉਸ ਤੋਂ 20 ਲੱਖ ਦੀ ਫਿਰੌਤੀ ਮੰਗੀ ਗਈ ਸੀ। ਹੁਣ ਪੁਲਿਸ ਨੇ ਕਿਸ ਤਰ੍ਹਾਂ ਫੜਿਆ ਇਹ ਵੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ, ਪਰ ਹੁਣ ਪੁੱਛਤਾਛ ਜਿਹੜੀ ਸ਼ੁਰੂ ਹੋ ਗਈ ਹੈ। ਅਸੀਂ ਕੱਲ ਕਿਹਾ ਸੀ ਕਿ ਅਜੇ ਪੁੱਛਤਾਛ ਨਹੀਂ ਹੋ ਰਹੀ ਕਿਉਂਕਿ ਉਹ ਜ਼ੇਰੇ ਇਲਾਜ ਹੈ, ਪਰ ਹੁਣ ਪੁੱਛਤਾਛ ਸ਼ੁਰੂ ਹੋ ਗਈ ਹੈ। ਪੁੱਛਤਾਛ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਇਹ ਵੀ ਅਸੀਂ ਤੁਹਾਨੂੰ ਜ਼ਰੂਰ ਦੱਸਦੇ ਹੈਗੇ ਆ। ਇੱਥੇ ਇਹ ਖੁਲਾਸਾ ਹੋਇਆ ਕਿ ਪਹਿਲੀ ਵਾਰ ਜਿਹੜਾ ਹੈ ਉਹ ਹਮਲਾ ਨਹੀਂ ਸੀ ਕੀਤਾ, ਯਾਨੀ ਪਹਿਲੀ ਵਾਰ ਫਾਇਰਿੰਗ ਜਿਹੜੀ ਹੈ ਇਹਨਾਂ ਨੇ ਨਹੀਂ ਸੀ ਕੀਤੀ, ਯਾਨੀ ਇਹ ਕੋਈ ਜਵਾਕੜੇ ਜਾਂ ਨਵੇਂ ਬਦਮਾਸ਼ ਜਾਂ ਗੈਂਗਸਟਰ ਨਹੀਂ ਹੈਗੇ। ਇਹ ਪਹਿਲੀ ਵਾਰ ਨਹੀਂ ਸੀ ਹੋਇਆ, ਪਹਿਲਾਂ ਵੀ ਡਰਾਉਣ ਧਮਕਾਉਣ ਲਈ ਇਹਨਾਂ ਨੇ ਫਾਇਰਿੰਗ ਕੀਤੀ ਤੇ ਇਸੇ ਪ੍ਰਾਪਰਟੀ ਡੀਲਰ ਦੇ ਘਰ ਦੇ ਬਾਹਰ ਕੀਤੀ। 20 ਦਸੰਬਰ ਨੂੰ ਇਹਨਾਂ ਨੇ ਫਾਇਰਿੰਗ ਕੀਤੀ ਤੇ ਤਾਂ ਕਿ ਡਰ ਜਾਣ, ਸਹਿਮ ਜਾਣ ਤੇ ਜਿਹੜੀ ਫਿਰੌਤੀ ਮੰਗੀ ਗਈ ਹੈ, ਜਿਹੜੇ 20 ਲੱਖ ਮੰਗੇ ਗਏ ਨੇ ਉਹ ਦੇ ਦਿੱਤੇ ਜਾਣ। ਸੋ ਅਜਿਹੇ ਵਿੱਚ ਵਪਾਰੀ ਨੂੰ ਬਾਰ-ਬਾਰ ਫੋਨ ਕਰਕੇ ਧਮਕਾ ਰਹੇ ਸੀ ਗੈਂਗਸਟਰ, ਬਾਰ-ਬਾਰ ਧਮਕਾਇਆ ਜਾ ਰਿਹਾ ਸੀ। ਜਦੋਂ ਗੱਲ ਨਹੀਂ ਮੰਨੀ ਤੇ ਫਿਰ ਇਹ ਸਾਰਾ ਕੁਝ ਹੋਇਆ। ਸੋ ਪੰਜਾਬ ਵਿੱਚ ਇਹ ਸਾਰਾ ਕੁਝ ਜਿਸ ਤਰ੍ਹਾਂ ਨਾਲ ਹੁੰਦਾ ਜਾ ਰਿਹਾ ਹੈ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਸਰਗਰਮੀਆਂ ਜਿਵੇਂ-ਜਿਵੇਂ ਵੱਧ ਰਹੀਆਂ ਨੇ ਉਸ ਤਰ੍ਹਾਂ ਨਾਲ ਖਤਰਾ ਜਿਹੜਾ ਹੋਰ ਵੀ ਵਧੀ ਜਾ ਰਿਹਾ ਤੇ ਅੰਮ੍ਰਿਤਸਰ ਦੇ ਵਿੱਚ, ਲੁਧਿਆਣਾ ਦੇ ਵਿੱਚ ਇਹ ਸਾਰੇ ਕੇਸਿਸ ਨੇ, ਬਹੁਤ ਸਾਰੇ ਹੈਗੇ ਨੇ। ਸੋ ਪੁਲਿਸ ਗੈਂਗਸਟਰ ਮੁੱਠਭੇੜ ਮਾਮਲੇ ਵਿੱਚ ਪੁਲਿਸ ਨੇ ਦੂਜੇ ਗੈਂਗਸਟਰ ਅਜੇ ਬਾਉਂਸਰ ਨੂੰ ਵੀ गिरफ्तार कर लिया है, जड़ा के भज्या होया सी, उसकी भी गिरफ्तारी हुई है। ते फड़े गए गैंगस्टर अमन उर्फ राजकुमार निवासी किरण कॉलोनी ते अजय दोवां तो पूछताछ जड़ी है शुरू हो गई हैगी आ। सो ये काफी दिनों तो व्यापारी नूं फोन ते धमकियां दे रहे सी ते जदों फोन ते धमकियां दे रहे सी उस तो पहला 20 दसंबर नूं रात 8:30 बजे एक मोबाइल नंबर तो फोन आउंदा हैगा जिस नूं कि व्यापारी वल्लों नजरअंदाज कर दिता जाता हैगा। फिर जदों नजरअंदाज किया जाता है, ये गल इन्हां तो बर्दाश्त नहीं ਹੁੰਦੀ, ਇਹ ਗੱਲ ਬਰਦਾਸ਼ਤ ਨਹੀਂ ਹੁੰਦੀ। ਉਸ ਤੋਂ ਬਾਅਦ ਉਹ ਘਰ ਦੇ ਬਾਹਰ ਫਾਇਰ ਕਰਦੇ ਨੇ ਤਾਂ ਕਿ ਇਹ ਡਰ ਜਾਣ, ਸਹਿਮ ਜਾਣ। ਹੁਣ ਮੋਬਾਈਲ ਲੋਕੇਸ਼ਨ ਨਾਲ ਪੁਲਿਸ ਨੇ ਇਹਨਾਂ ਨੂੰ ਟ੍ਰੇਸ ਕੀਤਾ ਆ, ਮੋਬਾਈਲ ਲੋਕੇਸ਼ਨ ਲਗਾ ਕੇ, ਕਿਉਂਕਿ ਹੁਣ ਜਿਹੜੇ ਏਸੀਪੀ ਨਾਰਥ ਵਰਿੰਦਰ ਖੋਸਾ ਨੇ ਜਾਣਕਾਰੀ ਦਿੱਤੀ ਕਿ ਸ਼ਿਕਾਇਤ ਮਿਲਣ ਦੇ ਬਾਅਦ ਹੀ ਉਹ ਦੋਨੋਂ ਗੈਂਗਸਟਰਾਂ ਦੇ ਬਾਰੇ ਵਿੱਚ ਜਾਣਕਾਰੀਆਂ ਹਾਸਲ ਕਰ ਰਹੇ ਸਨ ਤੇ ਦੋਵਾਂ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਰਿਹਾ ਸੀ। ਹੁਣ ਰਾਤ ਜਾਣਕਾਰੀ ਮਿਲੀ ਸੀ ਕਿ ਦੋਵੇਂ ਗੁਮਟਾਲਾ ਬਾਈਪਾਸ ਦੇ ਕੋਲ ਘੁੰਮ ਰਹੇ ਨੇ, ਜਿਸ ਦੇ ਬਾਅਦ ਪਲੈਨਿੰਗ ਕਰਕੇ ਇਹ ਰੇਡ ਕੀਤੀ ਗਈ। ਸੋ ਪੁਲਿਸ ਨੂੰ ਦੇਖ ਇਹਨਾਂ ਨੇ ਫਾਇਰਿੰਗ ਕੀਤੀ ਸੀ, ਪੁਲਿਸ ਨੂੰ ਦੇਖ ਕੇ ਹੀ ਇਹਨਾਂ ਨੇ ਆਪਣਾ ਜਿਹੜਾ ਹੈ ਉੱਥੇ ਹੀ, ਉਹਨਾਂ ਨੂੰ ਨਹੀਂ ਪਤਾ ਸੀ ਕਿ ਪੁਲਿਸ ਤੇ ਫਾਇਰਿੰਗ ਕਰਨੀ ਪੈ ਜਾਏਗੀ, ਉੱਥੇ ਦੇਖ ਕੇ ਪੁਲਿਸ ਨੂੰ ਉਹਨਾਂ ਨੇ ਫਾਇਰਿੰਗ ਕੀਤੀ। ਜਦੋਂ ਘਬਰਾ ਗਏ ਤੇ ਇੱਕ ਫੜਿਆ ਗਿਆ ਤੇ ਅੱਜ ਜਿਹੜਾ ਦੂਜਾ ਬਾਉਂਸਰ ਨਾਂ ਦਾ ਬੰਦਾ ਹੈਗਾ, ਗੈਂਗਸਟਰ ਹੈਗਾ, ਉਹ ਵੀ ਹੁਣ ਜਿਹੜਾ ਹੈ ਫੜਿਆ ਗਿਆ ਹੈਗਾ। ਤੇ ਹੁਣ ਅਗਲੇ ਜਦੋਂ ਹੋਰ ਵੀ ਖੁਲਾਸੇ ਹੋਣਗੇ ਕਿਸ ਤਰ੍ਹਾਂ ਨਾਲ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਤਾਰ ਜਿਹੜੇ ਨੇ ਉਹਨਾਂ ਗੈਂਗਸਟਰਾਂ ਦੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਜੇਲ੍ਹ ਦੇ ਅੰਦਰ ਬੰਦ ਨੇ ਜਾਂ ਫਿਰ ਇਹ ਵਾਕਈ ਕੋਈ ਨਵੇਕੜੇ ਜਿਹੇ ਹੈਗੇ ਆ,
इस बाबत ਤੁਹਾਨੂੰ ਜਾਣਕਾਰੀ ਜ਼ਰੂਰ ਦਵਾਂਗੇ। ਇੱਕ ਬੜਾ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਇੱਥੇ ਕਪੂਰਥਲਾ ਦੇ ਵਿੱਚ ਇੱਕ ਐਸਐਚਓ ਤੇ ਏਐਸਆਈ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਸ਼ਿਕਾਇਤਕਰਤਾ ਦੀ ਮੰਨੀਏ ਤਾਂ ਇਹਨਾਂ ਦੋਵਾਂ ਨੇ 6500 ਰੁਪਇਆ ਤੇ ਰਿਸ਼ਵਤ ਲਈ ਯਾਨੀ 6500 ਰਿਸ਼ਵਤ ਲਈ ਤੇ 50000 ਦੀ ਇਹ ਮੰਗ ਕਰ ਰਹੇ ਸਨ ਤੇ ਇਹਨਾਂ ਨੇ ਜਿਹੜਾ ਸ਼ਿਕਾਇਤਕਰਤਾ ਹੈਗਾ ਇਕਬਾਲ ਉਸ ਕੋਲੋਂ ਉਸ ਦੀ ਕਾਰ ਜਿਹੜਾ ਆਧਾਰ ਕਾਰਡ ਹੋਰ ਕਾਰਡ ਜਿਹੜੇ ਨੇ ਉਹ ਆਪਣੇ ਕਬਜ਼ੇ ਵਿੱਚ ਲੈ ਰਹੇ ਦੇ ਨਹੀਂ ਰਹੇ ਸਨ ਤੇ ਕਾਰ ਛੱਡਣ ਦੇ ਤੇ ਇਹ ਸਾਰੇ ਡਾਕੂਮੈਂਟਸ ਛੱਡਣ ਦੀ ਏਵਜ਼ ਦੇ ਵਿੱਚ ਉਹ 50000 ਰੁਪਏ ਮੰਗ ਰਹੇ ਸਨ। ਸੋ ਮਾਮਲਾ ਜਿਹੜਾ ਹੈ ਇਹ ਉਦੋਂ ਚਾਨਣ ਵਿੱਚ ਆਉਂਦਾ ਹੈਗਾ ਜਦੋਂ ਇਹ ਬੰਦਾ ਆਪਣੀ ਜਿਹੜਾ ਸ਼ਿਕਾਇਤ ਕਰਤਾ ਹੈ ਆਪਣੀ ਕੰਪਲੇਂਟ ਕਰਦਾ ਉਸ ਹੈਲਪਲਾਈਨ ਨੰਬਰ ਤੇ ਜਿਹੜੀ ਹੈਲਪਲਾਈਨ ਨੰਬਰ ਸਰਕਾਰ ਨੇ ਦਿੱਤਾ ਹੋਇਆ ਜਿਹੜਾ ਸਰਕਾਰ ਨੇ ਦਿੱਤਾ ਹੋਇਆ ਹੈਲਪਲਾਈਨ ਨੰਬਰ ਕਿ ਜਿਹੜਾ ਕੋਈ ਵੀ ਰਿਸ਼ਵਤਖੋਰੀ ਕਰਦਾ ਹੈ ਕੋਈ ਵੀ ਰਿਸ਼ਵਤ ਲੈਂਦਾ ਹੈ ਕੋਈ ਵੀ ਭ੍ਰਿਸ਼ਟਾਚਾਰ ਦਾ ਹਿੱਸਾ ਬਣਦਾ ਹੈ ਤੁਹਾਨੂੰ ਤੰਗ ਕਰਦਾ ਹੈ ਤੁਹਾਨੂੰ ਚੱਕਰ ਲਵਾਉਂਦਾ ਹੈ ਤੁਹਾਡੇ ਤੋਂ ਪੈਸੇ ਲੈਂਦਾ ਹੈ ਉਹ ਉਸ ਨੰਬਰ ਤੇ ਕਾਲ ਕਰਕੇ ਕੰਪਲੇਂਟ ਕਰ ਸਕਦਾ ਹੈ। ਸੋ ਇਹ ਹੈਲਪਲਾਈਨ ਨੰਬਰ ਤੇ ਫੋਨ ਕੀਤਾ ਗਿਆ ਤੇ ਉਸ ਤੋਂ ਬਾਅਦ ਹੈਲਪਲਾਈਨ ਨੰਬਰ ਤੇ ਡਿਟੇਲ ਦੇ ਕੇ ਇਹ ਸਾਰੇ ਦਾ ਸਾਰਾ ਮਾਮਲਾ ਜਿਹੜਾ ਸੋਲਵ ਹੁੰਦਾ ਹੋਇਆ ਨਜ਼ਰ ਆਇਆ ਪਰ ਇਸ ਦਰਮਿਆਨ ਖਾਕੀ ਤੇ ਜਿਹੜੇ ਸਵਾਲ ਨੇ ਉਹ ਹੋਰ ਵੀ ਜ਼ਿਆਦਾ ਡੂੰਘੇ ਹੋ ਗਏ ਕਿਉਂਕਿ ਪੂਰਾ ਮਾਮਲਾ ਤੁਹਾਨੂੰ ਦੱਸਦੇ ਹੈਗੇ ਆ ਧਮਕੀ ਵੀ ਦਿੱਤੀ ਇਹ ਵੀ ਕਿਹਾ ਕਿ ਐਨਡੀਪੀਐਸ ਕੇਸ 'ਚ ਜਿਹੜਾ ਹੈ ਤੁਹਾਨੂੰ ਫਸਾ ਦਾਂਗੇ ਜੇ ਤੁਸੀਂ ਰਿਸ਼ਵਤ ਜਿਹੜੀ ਹੈ ਉਹ ਨਹੀਂ ਦਿੱਤੀ। ਸੋ ਮਾਮਲਾ ਜਿੰਨਾ ਸਾਨੂੰ ਇਦਾਂ ਸੁਣਨ ਵੇਖਣ ਚ ਲੱਗ ਰਿਹਾ ਉਸ ਤੋਂ ਕਿਤੇ ਜ਼ਿਆਦਾ ਗੰਭੀਰ ਹੈ। ਸੋਚੋ ਤੁਹਾਡਾ ਸਾਰਾ ਕੁਝ ਕੋਈ ਜ਼ਬਤ ਕਰ ਲੈਂਦਾ ਤੇ ਕਹਿੰਦਾ ਕਿ ਪੈਸੇ ਦਿਓ ਰੱਬ ਨਾ ਕਰੇ ਇਦਾਂ ਹੋਏ ਚਲੋ ਮੈਂ ਆਪਣੇ ਤੇ ਲੈਣੀ ਆ ਵੀ ਮੇਰੀ ਕਾਰ ਕੋਈ ਲੈ ਜੇ ਮੇਰੇ ਡਾਕੂਮੈਂਟਸ ਕੋਈ ਲੈ ਜੇ ਤੇ ਕਹੇ ਪੈਸੇ ਦਿਓ ਨਹੀਂ ਤੇ ਨਹੀਂ ਛੱਡਾਂਗੇ ਤੇ ਕਿਉਂ ਹੁਣ ਵੀ ਪੁਲਿਸੀਏ ਜਾਂ ਫਿਰ ਸਿਆਸਤਦਾਨ ਬੰਦੇ ਨੂੰ ਲੱਗਦਾ ਹੈਗਾ ਵੀ ਇਹਨਾਂ ਦੀ ਪਾਵਰ ਹੈ ਇਹ ਤੇ ਕੱਲ ਨੂੰ ਕੋਈ ਵਾਕਈ ਵੱਡਾ ਪਰਚਾ ਕਰਾ ਦੇਣਗੇ ਤੇ ਕਿਹਾ ਜਾਏ ਕਿ ਜੇ ਪੈਸੇ ਨਹੀਂ ਮਿਲਣਗੇ ਜਾਂ ਕਿਸੇ ਨੂੰ ਦੱਸਿਆ ਤੇ ਫਿਰ ਵੱਡੇ ਪਰਚੇ ਜਿਹੜੇ ਨੇ ਉਹ ਦਰਜ ਕੀਤੇ ਜਾਣਗੇ ਤੇ ਇਨਸਾਨ ਇਹ ਸੋਚਦਾ ਹੈ ਕਿ ਕੁਝ ਹਜ਼ਾਰ ਦੇ ਕੇ ਜਾਨ ਜਿਹੜੀ ਆ ਛੁਡਵਾ ਲਈ ਜਾਏ ਜਿੱਥੇ ਕਿ ਇਨਸਾਨ ਗਲਤੀ ਕਰ ਜਾਂਦਾ ਹੈ। ਸੋ ਇਹਨਾਂ ਨੇ ਉਹ ਬੰਦੇ ਦੀ ਹਾਲਤ ਜਿਹੜੀ ਹੈ ਸ਼ਿਕਾਇਤਕਰਤਾ ਦੀ ਕੀ ਰਹੀ ਹੋਏਗੀ। ਸੋ ਪੰਜਾਬ ਵਿਜੀਲੈਂਸ ਬਿਊਰੋ ਨੇ ਕਪੂਰਥਲਾ ਜ਼ਿਲ੍ਹੇ ਦੇ ਥਾਣਾ ਢਿਲਵਾਂ ਵਿੱਚ ਐਸਐਚਓ ਦੇ ਤੌਰ ਤੇ ਤੈਨਾਤ ਐਸਆਈ ਹਰਪਾਲ ਸਿੰਘ ਅਤੇ ਉਸ ਦੇ ਅਧੀਨ ਤੈਨਾਤ ਏਐਸਆਈ ਹਰਵੰਤ ਸਿੰਘ ਨੂੰ 6500 ਰੁਪਏ ਰਿਸ਼ਵਤ ਲੈਣ ਤੇ 50000 ਰੁਪਏ ਰਿਸ਼ਵਤ ਦੀ ਮੰਗ ਕਰਨ ਦੇ ਆਰੋਪ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਦੋਸ਼ੀ ਪੁਲਿਸ ਮੁਲਾਜ਼ਮਾਂ ਨੇ ਸ਼ਿਕਾਇਤਕਰਤਾ ਇਕਬਾਲ ਸਿੰਘ ਨਿਵਾਸੀ ਪਿੰਡ ਪੰਡੋਰੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਰਿਸ਼ਵਤ ਜਿਹੜੀ ਹੈ ਉਹ ਲਈ ਸੀ। ਸੋ ਦੱਸਿਆ ਗਿਆ ਕਿ ਦੋਵੇਂ ਪੁਲਿਸ ਅਧਿਕਾਰੀਆਂ ਨੇ ਇਕਬਾਲ ਦੀ ਗੱਡੀ ਨੂੰ 10 ਦਿਨ ਤੱਕ ਆਪਣੇ ਕਬਜ਼ੇ ਵਿੱਚ ਰੱਖਿਆ ਤੇ ਜਦੋਂ ਉਸਨੇ ਆਨਲਾਈਨ ਸ਼ਿਕਾਇਤ ਦਰਜ ਕਰਾਈ ਤਾਂ ਉਸ ਨੂੰ ਗੱਡੀ ਸਣੇ ਸਾਰੇ ਦਸਤਾਵੇਜ਼ ਵਾਪਸ ਕਰ ਦਿੱਤੇ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਦੋਵਾਂ ਦੇ ਖਿਲਾਫ ਸ਼ਿਕਾਇਤ ਦੀ ਜਾਂਚ ਕੀਤੀ ਗਈ ਤੇ ਸਾਹਮਣੇ ਆਇਆ ਕਿ ਗੱਲ ਜਿਹੜੀ ਹੈ ਉਸ ਦੇ ਵਿੱਚ ਦਮ ਹੈ ਤੇ ਇਲਜ਼ਾਮ ਜਿਹੜੇ ਨੇ ਉਹ ਬਿਲਕੁਲ ਸਹੀ। ਭਾਜਪਾ ਆਗੂ ਅਰਵਿੰਦ ਖੰਨਾ ਨੇ ਇੱਕ ਬੜੀ ਕੜਾਕੇਦਾਰ ਚਿੱਠੀ ਲਿਖੀ ਹੈ ਤੇ ਚਿੱਠੀ ਲਿਖੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ। ਉਹਨਾਂ ਨੂੰ ਚਿੱਠੀ ਲਿਖੀ ਹੈ ਕਿ ਜਿਹੜੇ ਭੋਗਾਂ ਦੇ ਦਰਮਿਆਨ ਭਾਸ਼ਣ ਹੁੰਦੇ ਨੇ ਸਿਆਸੀ ਸਪੀਚਾਂ ਹੁੰਦੀਆਂ ਨੇ ਉਸ ਤੇ ਰੋਕ ਲੱਗਣੀ ਚਾਹੀਦੀ ਹੈ ਤੇ ਗੱਲ ਭਾਜਪਾ ਆਗੂ ਦੀ 16 ਨੇ ਸੱਚ ਵੀ ਹੈਗੀ ਆ ਕਿਉਂਕਿ ਅਸੀਂ ਜਦੋਂ ਭੋਗ ਤੇ ਜਾਂਦੇ ਆ ਜਾਂ ਕੋਈ ਇਸ ਦੁਨੀਆ ਤੋਂ ਚਲਾ ਜਾਂਦਾ ਫਿਰ ਉਸ ਤੋਂ ਬਾਅਦ ਭੋਗ ਤੇ ਜਾਂਦੇ ਆ ਮਾਹੌਲ ਦੀ ਤਾਸੀਰ ਨਹੀਂ ਸਮਝਦੇ ਅਸੀਂ ਆਪਣਾ ਆਪ ਚਮਕਾਉਣਾ ਸ਼ੁਰੂ ਕਰ ਦਿੰਦੇ ਆ ਆਪਣੀ ਪਾਰਟੀ ਦੇ ਨਾਂ ਤੇ ਚੀਜ਼ਾਂ ਚਮਕਾਉਣੀਆਂ ਸ਼ੁਰੂ ਕਰ ਦਿੰਦੇ ਆ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੈਗੇ ਆ ਅਸੀਂ ਭੁੱਲ ਜਾਂਦੇ ਆ ਕਿ ਸਾਡੇ ਸਾਹਮਣੇ ਕੌਣ ਹਾਜ਼ਰ ਹੈਗਾ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਇੱਥੇ ਮੱਥਾ ਟੇਕਣ ਆਏ ਆ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਪਰਿਵਾਰ ਦਾ ਦੁੱਖ ਵੰਡਾਉਣ ਆਏ ਆ ਅਸੀਂ ਭੁੱਲ ਜਾਂਦੇ ਆ ਕਿ ਇੱਥੇ ਪੰਗਤ ਚ ਲੰਗਰ ਛਕਣਾ ਅਸੀਂ ਇਸ ਫਲਸਫੇ ਨੂੰ ਅਪਣਾਉਣਾ ਅਸੀਂ ਭੁੱਲ ਜਾਂਦੇ ਆ ਕਿ ਇਹ ਦੁਨੀਆਦਾਰੀ ਦੀ ਗੱਲ ਆ ਕਿ ਨਾਲੋਂ ਨਾਲ ਅਸੀਂ ਲੋਕਾਂ 'ਚ ਵਿਚਰਾਂਗੇ ਲੋਕਾਂ ਦਾ ਦੁੱਖ ਸੁੱਖ ਜਿਹੜਾ ਹੈ ਉਹ ਸਾਂਝਾ ਕਰਾਂਗੇ। ਜੇ ਤੁਸੀਂ ਕੋਈ ਮੰਤਰੀ ਵੀ ਹੈਗੇ ਹੋ ਕੋਈ ਸਿਆਸਤਦਾਨ ਵੀ ਹੈਗੇ ਈਵਨ ਤੁਸੀਂ ਸੀਐਮ ਵੀ ਹੈਗੇ ਹੋ ਤੇ ਇਸ ਦਰਮਿਆਨ ਤੁਹਾਨੂੰ ਪਤਾ ਹੁੰਦਾ ਹੈ ਕਿ ਮਾਹੌਲ ਦੀ ਤਾਸੀਰ ਕੀ ਆ ਕਿਸ ਤਰ੍ਹਾਂ ਨਾਲ ਉਸ ਮਾਹੌਲ ਨੂੰ ਟੈਕਲ ਕਰਨਾ ਹੈਗਾ ਪਰ ਅਸੀਂ ਕੀ ਕਰਦੇ ਹਾਂ ਸਾਡੇ ਸਿਆਸਤਦਾਨ ਕੀ ਕਰਦੇ ਨੇ ਕਿ ਮਾਈਕ ਮਿਲਦਾ ਨਹੀਂ ਤੇ ਸ਼ੁਰੂ ਹੋ ਜਾਂਦੇ ਨੇ। ਉਹਨਾਂ ਨੇ ਇਹ ਕੀਤਾ ਉਹ ਤੇ ਅਜੇ ਤੱਕ ਭੋਗ ਤੇ ਵੀ ਨਹੀਂ ਪਹੁੰਚੇ ਸਾਡੀ ਪਾਰਟੀ ਸਭ ਤੋਂ ਪਹਿਲਾਂ ਆਈ ਇੱਥੇ ਜਦੋਂ ਅਸੀਂ ਭੋਗ ਤੇ ਆ ਰਹੇ ਸੀ ਤੇ ਸੜਕਾਂ ਦੀ ਹਾਲਤ ਦੇਖ ਕੇ ਅਸੀਂ ਹੈਰਾਨ ਰਹਿ ਗਏ ਇੱਥੇ ਤਾਂ ਕੋਈ ਸਿੱਧੀ ਬੱਸ ਤੱਕ ਨਹੀਂ ਆਉਂਦੀ ਕੀ ਹਾਲਾਤ ਕੀਤੇ ਪਏ ਨੇ ਤੁਹਾਡੇ ਆਸ-ਪਾਸ ਦੇ ਏਰੀਆ ਦੇ। ਜਿਸ ਦਾ ਕੋਈ ਮਰਿਆ ਹੁੰਦਾ ਉਹ ਸੋਚਦਾ ਹੁੰਦਾ ਕਿ ਮੇਰੇ ਜੀ ਦੀ ਗੱਲ ਇਸ 'ਚ ਕਿੱਥੇ ਆ ਮੇਰੇ ਜੀ ਦੀ ਗੱਲ ਤਾਂ ਇਸ 'ਚ ਕੀਤੀ ਨਹੀਂ ਮੇਰੇ ਜੀ ਦੀ ਗੱਲ ਇਸ 'ਚ ਕਿੱਥੇ ਆ।
ਇੱਥੇ ਤੇ ਅਸੀਂ ਕੀਰਤਨ ਸਰਵਣ ਕਰਨ ਆਏ ਹਾਂ, ਇੱਥੇ ਅਸੀਂ ਪਾਠ ਕਰਨ ਆਏ ਹਾਂ, ਇੱਥੇ ਅਸੀਂ ਮੱਥਾ ਟੇਕਣ ਆਏ ਹਾਂ। ਇਹ ਹੋ ਕੀ ਰਿਹਾ ਹੈ? ਇਹ ਹੋ ਕੀ ਰਿਹਾ ਹੈ? ਇਹੀ ਸੋਚਦੇ ਅਗਲੇ ਹੰਝੂਆਂ 'ਚ ਨੇ, ਅਗਲੇ ਸ਼ੌਕ 'ਚ ਨੇ। ਤੇ ਅਸੀਂ ਕੀ ਗੱਲਾਂ ਕਰ ਰਹੇ ਹੁੰਦੇ ਆ। ਏਦਾਂ ਨਹੀਂ ਕਿ ਸੜਕਾਂ ਨਾਲੀਆਂ ਦੀ ਫਿਕਰ ਅੱਗੇ ਨਹੀਂ ਕੀਤੀ ਜਾ ਸਕਦੀ, ਕੀਤੀ ਜਾ ਸਕਦੀ ਹੈ। ਸਾਨੂੰ ਸਭ ਨੂੰ ਫਿਕਰ ਹੈਗੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਭ ਕੁਝ 100% ਸਹੀ ਹੋਵੇ। ਅਸੀਂ ਆਈਟੀ ਦੀ ਗੱਲ ਕਰਦੇ ਹਾਂ, ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ, ਅਸੀਂ ਅੱਜ ਮੈਗਾ ਪੀਡੀਐਮ ਕੀਤੀ ਹੈਗੀ ਆ, ਪਰ ਜੇ ਉੱਥੇ ਪਹੁੰਚਣ ਲਈ ਸੜਕਾਂ ਨਾਲੀਆਂ ਸਹੀ ਨਹੀਂ ਹੋਣਗੀਆਂ, ਸੀਵਰੇਜ ਸਿਸਟਮ ਸਹੀ ਨਹੀਂ ਹੋਣਗੇ, ਟਰਾਂਸਪੋਰਟ ਸਟਰਕਚਰਸ ਸਹੀ ਨਹੀਂ ਹੋਣਗੇ, ਤਾਂ ਫਿਰ ਇਹਨਾਂ ਸਭ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਨਾ। ਇਹ ਸਾਨੂੰ ਵੀ ਪਤਾ ਹੈ ਮੁੱਦੇ ਹੈਗੇ ਨੇ, ਪਰ ਭੋਗ ਦੇ ਵਿਚਾਰਨ ਵਾਲੇ ਮੁੱਦੇ ਇਹ ਹੁੰਦੇ ਨੇ। ਉਹ ਤੇ ਹੁਣ ਸ੍ਰੀ ਅਨੰਦਪੁਰ ਸਾਹਿਬ ਸਿਆਸੀ ਸਟੇਜਾਂ ਦੇ ਪਿੱਛੇ ਇੱਕ ਰੋਕਾਂ ਲਗਾ ਦਿੱਤੀਆਂ ਸੀਗੀਆਂ ਕਿ ਇੱਥੇ ਕੋਈ ਸਿਆਸੀ ਗੱਲ ਜਿਹੜੀ ਹੈ ਉਹ ਨਹੀਂ ਕਰੇਗਾ, ਜਿਹੜੀ ਗੱਲ ਹੋਏਗੀ ਉਹ ਪੰਥਕ ਗੱਲ ਹੋਏਗੀ। ਤਾਂ ਵੀ ਸ਼ੁਕਰ ਮਨਾਇਆ ਕਿ ਚਲੋ ਇਹ ਗੱਲ ਜਿਹੜੀ ਹੈ ਨਿਕਲ ਕੇ ਸਾਹਮਣੇ ਤਾਂ ਆਈ। ਹਰ ਸਟੇਜ ਸਿਆਸੀ ਨਹੀਂ ਹੋ ਸਕਦੀ, ਹਰ ਮਾਈਕ ਤੇ ਸਿਆਸੀ ਗੱਲਾਂ ਨਹੀਂ ਹੋ ਸਕਦੀਆਂ। ਸੋ ਇਹ ਗੱਲ ਜਿਹੜੀ ਆ, ਇਸ ਨੂੰ ਜੇ ਦਰੁਸਤ ਕੀਤਾ ਜਾਏ ਤੇ ਭਾਜਪਾ ਆਗੂ ਅਰਵਿੰਦ ਖੰਨਾ ਦੀ ਗੱਲ ਮੰਨ ਲਈ ਜਾਏ ਤਾਂ ਇਹ ਵਧੀਆ ਗੱਲ। ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਜਾਂਦਿਆਂ ਜਾਂਦਿਆਂ ਤੁਹਾਨੂੰ ਇੱਕ ਗੁੱਡ ਨਿਊਜ਼ ਦੇ ਕੇ ਜਾਊਂਗੀ, ਤੇ ਉਹ ਗੁੱਡ ਨਿਊਜ਼ ਇਹ ਕਹਿੰਦੀ ਆ ਕਿ ਸੰਗਰੂਰ ਦੇ ਇੱਕ ਪਿੰਡ ਨੇ ਬਹੁਤ ਸੋਹਣੀ ਪਹਿਲ ਕੀਤੀ ਹੈਗੀ ਆ। ਤੰਬਾਕੂ ਬੰਦ, ਤੰਬਾਕੂ ਵਾਲੇ ਪਦਾਰਥ ਬੰਦ, ਯਾਨੀ ਬੀੜੀ, ਸਿਗਰਟ, ਪਾਨ ਮਸਾਲਾ, ਜਰਦੇ, ਸਭ ਕੁਝ ਬੰਦ। ਤੇ ਇਸ ਪਿੰਡ ਦੇ ਵਿੱਚ ਜੇ ਕੁਝ ਅਜਿਹਾ ਵਿਕਿਆ ਤਾਂ ਫਿਰ ਹਰਜਾਨਾ ਵੀ ਭਰਨਾ ਪਏਗਾ, ਤੇ ਹਰਜਾਨਾ ਹੈਗਾ 5000 ਰੁਪਏ। ਤੇ ਜੇ ਇਹ ਨਹੀਂ ਕਿ 5000 ਰੁਪਏ ਜੁਰਮਾਨਾ ਕਰਤਾ ਤੇ ਛੱਡਤਾ, ਉਸ ਸ਼ਖਸ ਦੀ ਦੁਕਾਨ ਜਿਹੜੀ ਉਹ 1 ਹਫ਼ਤੇ ਦੇ ਲਈ ਬੰਦ ਕਰ ਦਿੱਤੀ ਜਾਏਗੀ, ਉਸ ਨੂੰ ਖੋਲ੍ਹਣ ਨਹੀਂ ਦਿੱਤਾ ਜਾਏਗਾ। ਸੋ ਇਹ ਪੰਚਾਇਤ ਵੱਲੋਂ ਫਰਮਾਨ ਦੇ ਰੂਪ ਦੇ ਵਿੱਚ ਇੱਕ ਡਾਕੂਮੈਂਟ ਸਰਕੂਲੇਟ ਕੀਤਾ ਗਿਆ ਹੈ, ਜਿਸ ਦੇ ਵਿੱਚ ਇਹ ਸਾਰਾ ਕੁਝ ਲਿਖਿਆ ਹੈਗਾ ਕਿ ਜੇ ਕੋਈ ਅਜਿਹਾ ਕਰੇਗਾ ਤਾਂ ਉਸ ਨੂੰ ਇਸ ਦਾ ਹਰਜਾਨਾ ਭਰਨਾ ਪਏਗਾ। ਦੁਕਾਨ ਖੋਲੋ, ਦੁਕਾਨ ਤੇ ਜਿਹੜਾ ਮਰਜ਼ੀ ਸਮਾਨ ਰੱਖੋ, ਚਿਪਸ ਰੱਖੋ, ਕੋਲਡ ਡਰਿੰਕ ਰੱਖੋ, ਜੋ ਰੱਖਣਾ ਹੈ ਰੱਖੋ, ਪਰ ਜੇ ਤੰਬਾਕੂ ਵਾਲੇ ਪਦਾਰਥ ਰੱਖੇ ਗਏ ਤਾਂ ਫਿਰ ਅੰਜਾਮ ਭੁਗਤਣਾ ਪਏਗਾ। ਸੋ ਇਸ ਗੱਲ ਦੀ ਸਰਾਹਨਾ ਜਿਹੜੀ ਹੈ, ਇਸ ਗੱਲ ਦੀ ਸ਼ਲਾਘਾ ਜਿਹੜੀ ਹੈ, ਉਹ ਧਾਮੀ ਸਾਹਿਬ ਨੇ ਵੀ ਕੀਤੀ ਆ ਤੇ ਹਰਪ੍ਰੀਤ ਸਿੰਘ ਸਾਹਿਬ ਨੇ ਵੀ ਕੀਤੀ ਆ। ਇਹ ਦੋਵਾਂ ਨੇ ਇਸ ਦੀ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਐਸਜੀਪੀਸੀ ਦੇ ਪ੍ਰਧਾਨ, ਦੋਵਾਂ ਨੇ ਇਸ ਦੀ ਸ਼ਲਾਘਾ ਕੀਤੀ ਆ। ਇਸ ਕਦਮ ਦੀ ਜਿਹੜਾ ਪਿੰਡ ਨੇ ਇਹ ਪਹਿਲ ਕੀਤੀ ਆ, ਇਸ ਦੀ ਜਿਹੜੀ ਸਰਾਹਨਾ ਇਹ ਚਾਰੇ ਪਾਸੇ ਹੋ ਰਹੀ ਹੈਗੀ ਆ, ਤੇ ਪਿੰਡ ਵਾਲੇ ਇਸ ਗੱਲ ਨੂੰ ਮੰਨ ਵੀ ਰਹੇ ਹੈਗੇ ਆ। ਦੇਖੋ, ਜਦੋਂ ਅਸੀਂ ਕਿਸੇ ਦੇ ਖੋਖੇ ਜਾ ਕੇ ਤੋੜੀਏ, ਜਦੋਂ ਅਸੀਂ ਇਹ ਕਹੀਏ ਕਿ ਇਹ ਸਹੀ ਨਹੀਂ, ਇੱਕ ਉਹ ਵੀ ਤਰੀਕਾ ਹੈਗਾ ਤੇ ਇੱਕ ਇਹ ਵੀ ਤਰੀਕਾ ਹੈ। ਇੱਕ ਇਹ ਵੀ ਤਰੀਕਾ ਹੈ ਜਦੋਂ ਪਿੰਡ ਲੈਵਲ ਤੇ ਅਸੀਂ ਇਹ ਚੀਜ਼ ਕਹਿ ਦਈਏ ਕਿ ਵੀ ਇਹ ਚੀਜ਼ ਹੋਣ ਨਹੀਂ ਦੇਣੀ ਹੈਗੀ। ਹਾਲਾਂਕਿ ਅਸੀਂ ਕਿਸੇ ਨੂੰ ਜਿਸ ਤਰ੍ਹਾਂ ਦੇ ਨੋਰਮਸ ਕਹਿੰਦੇ ਹੋਣਗੇ, ਅਸੀਂ ਕਿਸੇ ਨੂੰ ਮਨਾ ਨਹੀਂ ਕਰ ਸਕਦੇ ਹੈਗੇ ਕੁਝ ਵੀ ਵੇਚਣ ਤੋਂ, ਹੈ ਨਾ। ਜਦੋਂ ਕਿਉਂਕਿ ਸਿਗਰਟਾਂ ਦੀਆਂ ਡੱਬੀਆਂ ਤੇ ਵੀ ਆਹੀ ਲਿਖਿਆ ਹੁੰਦਾ ਹੈ ਕਿ ਸਿਗਰਟ ਸਮੋਕਿੰਗ ਇਜ਼ ਇੰਜੂਰੀਅਸ ਟੂ ਹੈਲਥ, ਤੇ ਫਿਰ ਵੀ ਲੋਕ ਜਿਹੜੇ ਨੇ ਉਹ ਮੂੰਹ ਚ ਲਾਈ ਫਿਰਦੇ ਨੇ ਤੇ ਆਪਣੀ ਸਿਹਤ ਦਾ ਧਿਆਨ ਜਿਹੜਾ ਉਹ ਦਿੰਦੇ ਨਹੀਂ ਹੈਗੇ। ਪਰ ਪਿੰਡ ਪੱਧਰ ਤੇ ਜੇ ਠਾਣ ਲਈ ਜਾਏ ਕਿ ਅਸੀਂ ਅਜਿਹਾ ਕਰਨਾ ਆ ਤੇ ਫਿਰ ਕਰਕੇ ਰਹਿੰਦੇ ਆ। ਸੋ ਫਰਮਾਨ ਦੇ ਵਿੱਚ ਕੀ ਲਿਖਿਆ ਆ ਅਸੀਂ ਤੁਹਾਨੂੰ ਦੱਸ ਦਿੰਦੇ ਆ, ਜੇ ਮੈਂ ਪੜ੍ਹ ਪਾਵਾਂ ਤੇ ਬੜੇ ਨਿੱਕੇ ਨਿੱਕੇ ਲਫ਼ਜ਼ ਜਿਹੜੇ ਹੈਗੇ ਆ। ਸਾਰੇ ਪਿੰਡ ਵਾਸੀਆਂ ਤੇ ਦੁਕਾਨ ਵਾਲੇ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੇ ਪਿੰਡ ਦੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਝਾੜੋ ਅਤੇ ਗ੍ਰਾਮ ਪੰਚਾਇਤ ਝਾੜੋ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਆਪਣੇ ਪਿੰਡ ਦੀਆਂ ਦੁਕਾਨਾਂ ਤੋਂ ਤੰਬਾਕੂ, ਬੀੜੀ, ਸਿਗਰਟ, ਜਰਦਾ ਆਦਿ 1 ਜਨਵਰੀ 2023 ਤੋਂ ਬੰਦ ਕੀਤਾ ਜਾ ਰਿਹਾ ਹੈ, ਤੇ ਇਸ ਫੈਸਲੇ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰ ਨੂੰ 5000 ਰੁਪਏ ਜੁਰਮਾਨਾ ਤੇ 7 ਦਿਨ ਤੱਕ ਦੁਕਾਨ ਬੰਦ ਰਹੇਗੀ। ਪਿੰਡ ਦੀ ਸੱਥ, ਬੱਸ ਸਟੈਂਡ, ਸਕੂਲ ਤੇ ਸਾਂਝੀ ਜਗ੍ਹਾ ਉੱਤੇ ਬੀੜੀ, ਸਿਗਰਟ ਪੀਣ ਵਾਲੇ ਉੱਤੇ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਏਗੀ, ਕਿਉਂਕਿ ਪਬਲਿਕ ਪਲੇਸ ਤੇ ਤੁਸੀਂ ਇਹ ਸਭ ਨਹੀਂ ਕਰ ਸਕਦੇ, ਦੈਟਸ ਫॉर श्योर। ਸਾਰੇ ਪਿੰਡ ਵਾਸੀਆਂ ਤੇ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਇਸ ਫੈਸਲੇ ਤੇ ਚੰਗੀ ਤਰ੍ਹਾਂ ਕਾਰਵਾਈ ਕੀਤੀ ਜਾਏ, ਤੇ ਇਹ ਕਿਹਦੇ ਵੱਲੋਂ ਆਈ ਹੈ? ਸਰਪੰਚ ਗ੍ਰਾਮ ਪੰਚਾਇਤ ਝਾੜੂ ਵੱਲੋਂ, ਬਲਾਕ ਸੁਨਾਮ, ਜ਼ਿਲ੍ਹਾ ਸੰਗਰੂਰ। ਸੋ ਇਸ ਦੀ ਜਿਹੜੀ ਹੈ ਸ਼ਲਾਘਾ ਹਰ ਕਿਤੇ ਹੋ ਰਹੀ ਹੈ। ਜਾਣ ਦਾ ਵੇਲਾ ਆ ਗਿਆ ਹੈ, ਤੇ ਜਦੋਂ ਜਾਣ ਦਾ ਵੇਲਾ ਆ ਹੀ ਗਿਆ ਤੇ ਕੁਝ ਇੱਕ ਗੱਲਾਂ ਜਿਹੜੀਆਂ ਨੇ ਜਾਂਦੇ ਜਾਂਦੇ ਅਸੀਂ ਕਰ ਲਈਏ। ਵੈਨੀਪਾਲ ਸਾਹਿਬ ਜਦੋਂ ਰੋਜ਼ ਦਾ ਇੱਕ ਅੱਧਾ ਕਮੈਂਟ ਜਿਹੜਾ ਹੈ ਰੋਜ਼ ਦਾ ਹੋ ਜਾਂਦਾ ਹੈਗਾ ਕਿ ਕਦੋਂ ਉਹਨਾਂ ਨੇ ਆਉਣਾ ਹੈਗਾ, ਮੈਂ ਫਿਰ ਤੋਂ ਕਹਿੰਦੀ ਕਿ ਵੈਨੀਪਾਲ ਸਾਹਿਬ ਜਿਹੜੇ ਨੇ ਉਹ ਆ ਜਾਣਗੇ, ਮਤਲਬ ਜਨਵਰੀ ਦੇ ਮਿਡ ਤੱਕ ਤੁਹਾਡੇ ਕੋਲ ਪਹੁੰਚ ਜਾਣਗੇ ਤੇ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਹੋਇਆ ਕਰੇਗੀ। ਤੇ ਵੈਸੇ ਆਪਣੇ ਦੂਜੇ ਸ਼ੋਅ 'ਚ ਤੇ ਉਹ ਮੌਜੂਦ ਹੁੰਦੇ ਹੀ ਨੇ, ਤੇ ਤਦ ਤੱਕ ਮੇਰੇ ਤੋਂ ਤੁਹਾਨੂੰ ਖਬਰਾਂ ਸੁਣਨੀਆਂ ਪੈਣੀਆਂ। ਠੰਡ ਬਹੁਤ ਹੋ ਗਈ, ਨਾਲ ਮੈਂ ਆਪਣੇ ਹੱਥ ਇਦਾਂ ਕਰ ਰਹੀ ਹੈਗੀ ਆ, ਤੇ ਤੁਸੀਂ ਵੀ ਆਪਣਾ ਧਿਆਨ ਰੱਖਣਾ, ਕਿਉਂਕਿ ਇਸ ਵਕਤ ਦੇ ਉੱਤੇ ਜਿਹੜਾ ਟੈਂਪਰੇਚਰ ਆ ਉਹ ਬਸ ਮਾਸ਼ਾਅੱਲਾ ਹੋਈ ਪਈ ਆ, ਤੇ ਧਿਆਨ ਸਭ ਨੇ ਰੱਖਣਾ ਆ।
ਅਸੀਂ ਬਹੁਤ ਵਾਰ ਕੋਸ਼ਿਸ਼ ਕਰਦੇ ਹਾਂ ਕਿ ਹਰ ਲਿਹਾਜ਼ ਦੇ ਨਾਲ ਤੁਹਾਨੂੰ ਖਬਰ ਦੀ ਤਹਿ ਤੱਕ ਜਿਹੜਾ ਉਹ ਜ਼ਰੂਰ ਪਹੁੰਚਾਈਏ। ਜੇ ਕੱਲ ਕੋਈ ਖਬਰ ਨਹੀਂ ਸੀ, ਜੇ ਅੱਜ ਉਸ ਤੇ ਉਸਦਾ ਫਾਲੋ ਅਪ ਆ ਗਿਆ, ਤਾਂ ਉਹ ਫਾਲੋ ਅਪ ਅਸੀਂ ਜ਼ਰੂਰ ਦੇਵਾਂਗੇ। ਉਹ ਅਸੀਂ ਛੱਡਾਂਗੇ ਨਹੀਂ। ਬਾਕੀ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ, ਇੱਥੇ ਜਿਹੜੇ ਇਮੋਸ਼ਨਸ ਹੁੰਦੇ ਨੇ, ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਹੈ। ਤੇ ਕੱਲ੍ਹ ਜਾਂ ਪਰਸੋਂ ਮੈਂ ਵੀ ਸਭਾ 'ਚ ਜਾਊਂਗੀ, ਫਤਿਹਗੜ੍ਹ ਸਾਹਿਬ ਮੈਂ ਵੀ ਪਹੁੰਚਣਾ ਹੈਗਾ। ਤੇ ਜਦੋਂ ਤਸਵੀਰਾਂ ਦੇਖਦੇ ਹਾਂ, ਜਦੋਂ ਸਾਡੇ ਰਿਪੋਰਟਰਸ ਸਾਨੂੰ ਭੇਜਦੇ ਨੇ ਕਿਵੇਂ ਨਗਰ ਕੀਰਤਨ ਦੇ ਨਾਲ ਸਰਸਾ ਨਦੀ 'ਚੋਂ ਸੰਗਤਾਂ ਜਿਹੜੀਆਂ ਨੇ ਉਹ ਲੰਘਦੀਆਂ ਨੇ, ਠੰਡੇ ਪਾਣੀ 'ਚੋਂ, ਬਰਫ਼ ਵਰਗੇ ਪਾਣੀ 'ਚੋਂ, ਤੇ ਸ਼ਰਧਾ ਜਿਹੜੀ ਆ ਉਹ ਠਾਠਾਂ ਮਾਰਦੀ ਹੈਗੀ ਆ, ਤੇ ਬੱਚੇ ਨੂੰ ਉੱਥੇ ਇਤਿਹਾਸ ਪਤਾ ਹੁੰਦਾ। ਫਿਰ ਇੱਕ ਕੁੜੀ ਵੀ ਵਾਇਰਲ ਹੋਈ ਜਿਸਨੇ ਉਸਨੇ ਕਿਹਾ ਕਿ ਪਾਪਾ ਮੈਂ ਕ੍ਰਿਸਮਸ ਮਨਾਉਣੀ ਹੈਗੀ ਆ। ਹਾਲਾਂਕਿ ਤਿਉਹਾਰ ਜਿਹੜੇ ਨੇ ਉਹ ਹਰ ਕਿਸੇ ਦੀ ਆਪਣੀ ਨਿੱਜੀ ਚੋਇਸ ਹੈ, ਕੁਝ ਵੀ ਮਨਾ ਸਕਦੇ ਆ, ਕੁਝ ਵੀ ਕਰ ਸਕਦੇ ਹੈਗੇ ਆ, ਹੈ ਨਾ। ਤੇ ਹੁਣ ਉਹ ਬੱਚੀ ਕਹਿੰਦੀ ਕਿ ਮੈਂ ਕ੍ਰਿਸਮਸ ਮਨਾਉਣੀ ਆ, ਤੇ ਉਸਦੇ ਪਾਪਾ ਉਸਨੂੰ ਫਤਿਹਗੜ੍ਹ ਸਾਹਿਬ ਲੈ ਗਏ ਤੇ ਇਤਿਹਾਸ ਜਿਹੜਾ ਆ ਉਹ ਦੱਸਿਆ। ਇਤਿਹਾਸ ਦੱਸਿਆ ਕਿ ਅਸੀਂ ਹੁਣ ਕ੍ਰਿਸਮਸ ਕਿਉਂ ਨਹੀਂ ਮਨਾ ਰਹੇ ਤੇ ਅਸੀਂ ਇੱਥੇ ਕਿਉਂ ਹੈਗੇ ਆ। ਸੋ ਹਰ ਬੱਚੇ ਨੂੰ ਇਹਨਾਂ ਸ਼ਹੀਦੀ ਦਿਨਾਂ ਦਾ, ਇਸ ਸ਼ਹੀਦੀ ਹਫ਼ਤੇ ਦਾ ਇਤਿਹਾਸ ਦੱਸੋ ਜ਼ਰੂਰ। ਜਿਹੜੇ ਕੁਝ ਨੌਜਵਾਨ ਵੀ ਇਹ ਪ੍ਰੋਗਰਾਮ ਦੇਖ ਰਹੇ ਨੇ, ਜਿਨ੍ਹਾਂ ਦੇ ਬੱਚੇ ਅਜੇ ਛੋਟੇ ਨੇ, ਉਹ ਵੀ ਇਤਿਹਾਸ ਜ਼ਰੂਰ ਦੱਸੋ। ਇਹ ਅੱਗੇ ਜਾ ਕੇ ਕੰਮ ਜ਼ਰੂਰ ਆਏਗਾ, ਕਿਉਂਕਿ ਜੇ ਕੁਰਬਾਨੀਆਂ ਦੀ ਦਾਸਤਾਨ ਪਤਾ ਹੋਏਗੀ, ਅੱਗੇ ਆਉਣ ਵਾਲਾ ਪੈਂਡਾ ਕਿੰਨਾ ਔਖਾ ਹੋ ਸਕਦਾ ਹੈ ਇਹ ਪਤਾ ਹੋਏਗਾ, ਤਾਂ ਜ਼ਿੰਦਗੀ ਜਿਹੜੀ ਹੈ ਉਹ ਸਾਨੂੰ ਇੱਕ ਰਾਹੇ ਪਾ ਜਾਏਗੀ। ਸਾਨੂੰ ਪਤਾ ਹੋਏਗਾ ਸਾਡੇ ਵਾਸਤੇ ਕੀ ਸਹੀ ਹੈ, ਕੀ ਗਲਤ ਹੈ, ਤੇ ਸਾਡਾ ਇਤਿਹਾਸ ਤੇ ਹੈ ਹੀ ਇੰਨਾ ਮਾਣ ਭਰਪੂਰ। ਤਾਕਤ ਹੀ ਇੰਨੀ ਹੈ ਸਾਡੇ ਇਤਿਹਾਸ ਦੇ ਵਿੱਚ। ਤੇ ਜਦੋਂ ਇਹ ਤਾਕਤਾਂ ਸਾਨੂੰ ਵਿਰਸੇ 'ਚ ਮਿਲੀਆਂ ਨੇ, ਇਸ ਦੇ ਵਿੱਚ ਇੰਨੀਆਂ ਬਰਕਤਾਂ ਨੇ, ਤਾਂ ਕਿਉਂ ਨਾ ਇਹਨਾਂ ਨੂੰ ਵੰਡੀਏ। ਆਪਣਾ ਧਿਆਨ ਰੱਖੋ ਬਹੁਤ ਬਹੁਤ। ਕੱਲ ਨੂੰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।